ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਉੱਘੇ ਅਰਥ ਸ਼ਾਸਤਰੀ ਡਾਕਟਰ ਸੁੱਚਾ ਸਿੰਘ ਗਿੱਲ ਮੌਜੂਦ ਨੇ। ਗੱਲਬਾਤ ਅਸੀਂ ਸ਼ੁਰੂ ਕਰਾਂਗੇ ਕਿ ਅੱਜ ਜਿਹੜੀ ਚਰਚਾ ਇੱਕ ਵਾਰ ਫਿਰ ਤੋਂ ਸ਼ੁਰੂ ਹੋ ਚੁੱਕੀ ਆ ਕਿ ਕਿਸਾਨਾਂ ਦਾ ਕਰਜ਼ਾ ਜਿਹੜਾ ਉਹ ਸਾਰਾ ਮਾਫ ਹੋਣਾ ਚਾਹੀਦਾ। ਸਵਾਲ ਇੱਥੇ ਇਹ ਉੱਠਦਾ ਕਿ ਕਿਸਾਨਾਂ ਤੇ ਮਜ਼ਦੂਰਾਂ ਦੇ ਸਿਰ ਦੇ ਉੱਤੇ ਆਖਿਰਕਾਰ ਕਰਜ਼ਾ ਕਿਉਂ ਚੜਦਾ ਤੇ ਕਿੰਨਾ ਕੁ ਕਰਜ਼ਾ, ਜੇਕਰ ਅਸੀਂ ਇਕੱਲੇ ਪੰਜਾਬ ਦੀ ਗੱਲ ਕਰ ਲਈਏ, ਕਿੰਨਾ ਕੁ ਕਰਜ਼ਾ ਪੰਜਾਬ ਦੇ ਕਿਸਾਨਾਂ ਤੇ ਅਤੇ ਮਜ਼ਦੂਰਾਂ ਦੇ ਸਿਰ ਦੇ ਉੱਤੇ ਆ। ਤੇ ਅਖੀਰਲਾ ਸਵਾਲ ਇਹ ਹੋਏਗਾ ਕਿ ਇਸ ਕਰਜ਼ੇ ਦਾ ਹੱਲ ਕੀ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਕੋਲ ਹੈ? ਜੇ ਹੈ ਤਾਂ ਜਿਸ ਤਰੀਕੇ ਨਾਲ ਕਿਹਾ ਜਾ ਰਿਹਾ ਕਿ ਸਾਰਾ ਕਰਜ਼ਾ ਮਾਫ ਹੋਣਾ ਚਾਹੀਦਾ ਤਾਂ ਕੀ ਉਹ ਕਰ ਸਕਦੀਆਂ ਨੇ? ਕਿਉਂਕਿ ਅੱਗੋਂ ਜਿਹੜੇ ਦੇਸ਼ ਭਰ ਦੇ ਕਿਸਾਨ ਨੇ ਉਹਨਾਂ ਵੱਲੋਂ ਵੀ ਇਹ ਮੰਗ ਫਿਰ ਉੱਠ ਸਕਦੀ ਹੈ ਕਿ ਸਾਡਾ ਵੀ ਸਾਰਾ ਕਰਜ਼ਾ ਮਾਫ ਕੀਤਾ ਜਾਵੇ। ਸਵਾਗਤ ਹੈ ਤੁਹਾਡਾ ਸੁੱਚਾ ਸਿੰਘ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਮੈਨੂੰ ਆਪਣੇ ਪ੍ਰੋਗਰਾਮ ਵਿੱਚ ਸ਼ਾਮਲ ਕਰਨ ਲਈ। ਮੇਰੇ ਵੱਲੋਂ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਤੁਸੀਂ ਜਿਹੜਾ ਸਵਾਲ ਕੀਤਾ ਕਿ ਪੰਜਾਬ ਦੇ ਕਿਸਾਨਾਂ ਔਰ ਮਜ਼ਦੂਰਾਂ ਸਿਰ ਕਰਜ਼ਾ ਕਿੰਨਾ ਹੈ, ਇਹ ਜਿਹੜੀ ਡਿਬੇਟ ਹੈ, ਇਸ ਬਾਰੇ ਗੱਲਬਾਤ ਹੈ, ਉਹ ਪਿਛਲੇ ਕਈ ਸਾਲਾਂ ਤੋਂ ਚੱਲ ਰਹੀ ਹੈ। ਪ੍ਰੋਫੈਸਰ ਸ਼ੇਰਗਿੱਲ ਨੇ ਪਹਿਲਾਂ ਇੱਕ ਸਟੱਡੀ ਕੰਡਕਟ ਕੀਤੀ ਸੀ ਤੇ ਉਹਨਾਂ ਨੇ ਕਿਹਾ ਸੀਗਾ ਕਿ ਪੰਜਾਬ ਦੇ ਕਿਸਾਨਾਂ ਸਿਰ 70-80 ਹਜ਼ਾਰ ਕਰੋੜ ਦਾ ਕਰਜ਼ਾ ਹੈਗਾ। ਇਹ ਕੋਈ 10-15 ਸਾਲ ਪੁਰਾਣੀ ਗੱਲ ਹੈ। ਫਿਰ ਉਹਨਾਂ ਨੇ ਆਪਣੀ ਇੱਕ ਸਟੱਡੀ ਅਪਡੇਟ ਕੀਤੀ। ਉਸ ਤੋਂ ਬਾਅਦ ਫਿਰ PAU ਨੇ ਕੁਝ ਸਟੱਡੀ ਕੰਡਕਟ ਕੀਤੀਆਂ ਤੇ ਉਹਨਾਂ ਚੋਂ ਆਇਆ ਕਿ ਕਰਜ਼ਾ ਦੁੱਗਣਾ ਹੋ ਗਿਆ ਮੌਜੂਦਾ ਸਮੇਂ ਦੇ ਵਿੱਚ। ਫਿਰ NSSO ਦਾ ਡੇਟਾ ਆ ਗਿਆ, ਪਹਿਲਾਂ 70ਵਾਂ ਰਾਉਂਡ ਆਇਆ, ਫਿਰ ਹੁਣ 77ਵਾਂ ਰਾਉਂਡ ਆ ਗਿਆ NSSO ਦਾ, ਨੈਸ਼ਨਲ ਸੈਂਪਲ ਸਰਵੇ ਦਾ। ਤਾਂ ਉਹਨਾਂ ਨੇ ਵੀ ਕੋਈ ਅੰਕੜੇ ਦਿੱਤੇ ਨੇ। ਤਾਂ ਇਸ ਤਰ੍ਹਾਂ ਲੱਗਦਾ ਕਿ ਪੰਜਾਬ ਦੇ ਕਿਸਾਨਾਂ ਸਿਰ ਕੋਈ 1,40,000 50,000 ਕਰੋੜ ਦੇ ਕਰੀਬ ਕਰਜ਼ਾ ਹੈਗਾ। ਔਰ ਇਹ ਕਰਜ਼ਾ ਜਿਹੜਾ ਹੈਗਾ, ਜਿਉਂ-ਜਿਉਂ ਕਿਸਾਨ ਦੀ ਜ਼ਮੀਨ ਵੱਧਦੀ ਜਾਂਦੀ ਆ ਤਾਂ ਐਬਸੋਲੂਟ ਨੰਬਰ ਕਰਜ਼ੇ ਦਾ ਵੱਧਦਾ ਜਾਂਦਾ ਹੈ, ਤੇ ਜਿਉਂ-ਜਿਉਂ ਜ਼ਮੀਨ ਘਟਦੀ ਜਾਂਦੀ ਹੈ ਤੇ ਐਬਸੋਲੂਟ ਨੰਬਰ ਘਟਦਾ ਜਾਂਦਾ ਹੈ, ਪ੍ਰਤੀ ਏਕੜ ਕਰਜ਼ਾ ਜਿਹੜਾ ਵੱਧਦਾ ਜਾਂਦਾ ਹੈ। ਕੋਈ ਜਿਹੜਾ ਛੋਟਾ ਕਿਸਾਨ ਹੈ ਉਹਦੇ ਕੋਲ ਜ਼ਮੀਨ ਥੋੜੀ ਆ, ਲੇਕਿਨ ਪ੍ਰਤੀ ਏਕੜ ਕਰਜ਼ੇ ਦਾ ਭਾਰ ਉਹਦੇ ਸਿਰ ਜ਼ਿਆਦਾ ਹੈਗਾ। ਔਰ ਜਿਹੜਾ ਵੱਡਾ ਕਿਸਾਨ ਹੈ ਉਹਦੇ ਸਿਰ ਕਰਜ਼ਾ ਤਾਂ ਵੱਧਦਾ ਲੇਕਿਨ ਪ੍ਰਤੀ ਏਕੜ ਕਰਜ਼ਾ ਉਹਦੇ ਸਿਰ ਘਟਦਾ ਜਾਂਦਾ ਹੈ। ਉਹ ਇਸ ਕਰਕੇ ਆ ਕਿ ਛੋਟਾ ਕਿਸਾਨ ਜਿਹੜਾ ਹੈ ਉਹਦੀ ਜਿਹੜੀ ਖੇਤੀ ਹੈ ਉਹ ਲਾਹੇਵੰਦ ਨਾ ਹੋਣ ਕਰਕੇ ਜਿੰਨੀ ਉਹ ਆਮਦਨ ਉਹਦੇ ਚੋਂ ਕੱਢਦਾ ਹੈ ਉਹਦੇ ਨਾਲ ਉਹਦਾ ਖਰਚਾ ਜ਼ਿਆਦਾ ਹੈ। ਤਾਂ ਇਸ ਕਰਕੇ ਹਰ ਸਾਲ ਉਹਨੂੰ ਹੋਰ ਕਰਜ਼ਾ ਲੈ ਕੇ ਆਪਣੇ ਖਰਚ ਪੂਰੇ ਕਰਨੇ ਪੈਂਦੇ ਆ। ਤਾਂ ਕਰਜ਼ੇ ਦੇ ਵਿਸ਼ੇਸ਼ ਸਰਕਲ 'ਚ ਫਸਿਆ ਹੋਇਆ ਜਿਹੜੇ ਬਹੁਤ ਵੱਡੇ ਕਿਸਾਨ ਨੇ, ਜਿਨ੍ਹਾਂ ਦੀ ਜ਼ਮੀਨ 10 ਏਕੜ ਤੋਂ ਜ਼ਿਆਦਾ ਹੈ, ਉਹਨਾਂ ਦੇ ਸਿਰ ਪ੍ਰਤੀ ਏਕੜ ਕਰਜ਼ਾ ਤਾਂ ਘੱਟ ਹੈ, ਲੇਕਿਨ ਛੋਟੇ ਕਿਸਾਨਾਂ ਦੇ ਮੁਕਾਬਲੇ ਐਬਸੋਲੂਟ ਕਰਜ਼ਾ ਜ਼ਿਆਦਾ ਹੈ। ਉਹ ਇਸ ਕਰਕੇ ਹੈ ਕਿ ਉਹ ਆਪਣਾ ਰੋਜ਼ਮर्रा ਦੇ ਕੰਮਕਾਜ ਚਲਾਉਣ ਵਾਸਤੇ ਕਰਜ਼ਾ ਲੈਂਦੇ ਨੇ, ਔਰ ਉਹਨਾਂ ਦੀ ਆਮਦਨ ਛੋਟੇ ਕਿਸਾਨਾਂ ਨਾਲ ਜ਼ਿਆਦਾ ਹੋਣ ਕਰਕੇ ਉਹ ਮੋੜ ਵੀ ਦਿੰਦੇ ਨੇ। ਉਹਨਾਂ ਦੇ ਸਿਰ ਜਿਹੜਾ ਭਾਰ ਹੈ ਘੱਟ ਹੈ ਤਾਂ ਉਹ ਕਰਜ਼ਾ ਉਤਾਰਨ ਦੀ ਪੋਜੀਸ਼ਨ 'ਚ ਨੇ। ਜਿਹੜੇ ਛੋਟੇ ਕਿਸਾਨ ਨੇ ਉਹ ਕਰਜ਼ਾ ਉਤਾਰਨ ਦੀ ਪੋਜੀਸ਼ਨ 'ਚ ਨਹੀਂ ਹੈ। ਜਿਹੜਾ ਖੇਤ ਮਜ਼ਦੂਰ ਹੈ ਉਹਦੇ ਸਿਰ ਜਿਹੜਾ ਕਿਸਾਨਾਂ ਸਿਰ ਕਰਜ਼ਾ ਹੈ ਉਹ ਦੋ ਤਰ੍ਹਾਂ ਦਾ ਹੈ। ਇੱਕ ਹੈ ਇੰਸਟੀਟਿਊਸ਼ਨਲ ਸੋਰਸਿਸ, ਜਿਹੜਾ ਬੈਂਕਾਂ ਦਾ ਹੈ, ਕੋਆਪਰੇਟਿਵ ਸੁਸਾਇਟੀਆਂ ਦਾ ਕਰਜ਼ਾ ਹੈਗਾ, ਇਹ 40-45% ਹੈ, 40-55% ਦੇ ਆਸ-ਪਾਸ ਹੈ। ਤੇ ਜਿਹੜਾ ਆੜ੍ਹਤੀਆਂ ਦਾ, ਸ਼ਾਹੂਕਾਰਾਂ ਦਾ ਕਰਜ਼ਾ ਹੈ ਕਿਸਾਨਾਂ ਸਿਰ, ਉਹ 40-45% ਹੈ। ਸੋ ਇਹ ਇੱਕ ਪੋਜੀਸ਼ਨ ਹੈ ਕਿਸਾਨਾਂ ਦੇ ਕਰਜ਼ੇ ਦੀ। ਜਿਹੜੇ ਖੇਤ ਮਜ਼ਦੂਰਾਂ ਸਿਰ ਕਰਜ਼ਾ ਹੈਗਾ ਉਹਦੇ ਬਾਰੇ ਸਾਡੇ ਕੋਈ ਪ੍ਰਾਪਤ ਜਿਹੜੇ ਨੇ ਅਥੈਂਟਿਕ ਸਟੈਟਿਸਟਿਕਸ ਨਹੀਂ ਹਨ, ਲੇਕਿਨ ਇਹ ਕਿਹਾ ਜਾ ਰਿਹਾ ਕਿ ਉਹਨਾਂ ਸਿਰ ਜਿਹੜਾ ਬਹੁਤਾ ਕਰਜ਼ਾ, ਜਿਹੜੀਆਂ ਕੋਈ ਇੰਡੀਵਿਜੂਅਲ ਸਕਾਲਰਸ ਨੇ ਸਟੱਡੀ ਕੰਡਕਟ ਕੀਤੀਆਂ ਨੇ, ਉਹ ਕਰਜ਼ਾ ਬੈਂਕਾਂ ਵੱਲੋਂ ਨਹੀਂ ਹੈ। ਕੋਈ ਬੈਂਕ ਕਰਜ਼ਾ ਦੇਣ ਵਾਸਤੇ ਉਹਨਾਂ ਤੋਂ ਜਾਮਨੀ ਮੰਗਦੇ ਨੇ, ਕੋਲੇਟਰਲ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ। ਤੇ ਉਹਨਾਂ ਕੋਲ ਜ਼ਮੀਨ ਨਾ ਹੋਣ ਕਰਕੇ ਉਹ ਬੈਂਕਾਂ ਤੋਂ ਕਰਜ਼ੇ ਨਹੀਂ ਲੈ ਸਕਦੇ। ਤੇ ਇਸ ਕਰਕੇ ਉਹਨਾਂ ਦੇ ਸਿਰ ਜਿਹੜਾ ਕਰਜ਼ਾ ਹੈਗਾ ਉਹ ਜਾਂ ਤਾਂ ਜਿਨ੍ਹਾਂ ਨਾਲ ਕੰਮ ਕਰਦੇ ਨੇ ਜ਼ਮੀਨ ਦੇ ਮਾਲਕ, ਉਹਨਾਂ ਤੋਂ ਲਿਆ ਹੋਇਆ ਕਰਜ਼ਾ ਹੈ, ਜਾਂ ਸ਼ਾਹੂਕਾਰਾਂ ਤੋਂ ਲਿਆ ਹੋਇਆ ਕਰਜ਼ਾ ਹੈ, ਜਾਂ ਜਿਨ੍ਹਾਂ ਦੇ ਨਾਲ ਹੋਰ ਕਿਸਮ ਦਾ ਕਾਰੋਬਾਰ ਕਰਦੇ ਨੇ ਉਹਨਾਂ ਤੋਂ ਲਿਆ ਹੋਇਆ ਕਰਜ਼ਾ ਹੈ। ਤੇ ਖੇਤ ਮਜ਼ਦੂਰਾਂ ਦੀ ਹਾਲਤ ਜਿਹੜੀ ਆ ਕਿਸਾਨਾਂ ਦੇ ਮੁਕਾਬਲੇ ਜ਼ਿਆਦਾ ਤਰਸਯੋਗ ਇਸ ਕਰਕੇ ਹੈ ਕਿ ਉਹਨਾਂ ਕੋਲ ਜ਼ਮੀਨ ਨਾ ਹੋਣ ਕਰਕੇ ਉਹ ਦੂਜੇ ਦੇ ਖੇਤਾਂ ਤੇ ਜਾਂ ਦੂਜਿਆਂ ਦੇ ਕੋਲ ਕੰਮ ਕਰਦੇ ਨੇ, ਤੇ ਰੈਗੂਲਰ ਕੰਮ ਬਹੁਤ ਪਿਛਲੇ ਸਮੇਂ 'ਚ ਘਟ ਗਿਆ ਹੈ। ਖਾਸ ਕਰਕੇ 2000 ਤੋਂ ਬਾਅਦ ਇਹ ਕੰਮ ਕਾਫੀ ਤੇਜ਼ੀ ਨਾਲ ਘਟਿਆ ਹੈ, ਕਿਉਂਕਿ ਖੇਤੀ ਵਿੱਚ ਮਸ਼ੀਨੀਕਰਨ ਬਹੁਤ ਤੇਜ਼ੀ ਨਾਲ ਆਇਆ ਹੈ। ਪਹਿਲਾਂ ਸਿਰਫ ਕਣਕ ਦੀ ਕਟਾਈ ਜਿਹੜੀ ਸੀ ਉਹ ਕੰਬਾਈਨ ਨਾਲ ਹੁੰਦੀ ਸੀ, ਫਿਰ ਝੋਨੇ ਦੀ ਕਟਾਈ ਵੀ
ਕੰਬਾਈਨ ਨਾਲ ਹੋਣ ਲੱਗੀ। ਤੋ ਇਸ ਕਰਕੇ ਜਿਹੜਾ ਫਸਲ ਦਾ ਕੰਮ ਹੈ, ਬੀਜਣ ਦਾ ਤੇ ਫਸਲ ਨੂੰ ਸਾਂਭਣ ਦਾ ਕੰਮ ਹੈ, ਉਹ 1 ਮਹੀਨਿਆਂ 'ਚ ਹੀ ਕਿਸਾਨ ਪੂਰਾ ਕਰ ਲੈਂਦੇ ਨੇ ਤੇ ਖੇਤੀ ਮਜ਼ਦੂਰਾਂ ਵਾਸਤੇ ਬਹੁਤ ਦਿਨ ਕੰਮ ਪ੍ਰਾਪਤ ਨਹੀਂ ਹੈ। ਇਸ ਕਰਕੇ ਉਹਨਾਂ ਨੂੰ ਇੱਧਰ ਉੱਧਰ ਕੰਮ ਲੱਭਣਾ ਪੈਂਦਾ ਹੈ ਔਰ ਇਸ ਕੰਮ ਵਾਸਤੇ ਕਈ ਵਾਰੀ ਉਹਨਾਂ ਨੂੰ ਕੰਮ ਨਾ ਮਿਲਣ ਕਰਕੇ ਉਹ ਰੋਜ਼ਮर्रा ਦੀ ਜ਼ਿੰਦਗੀ ਨੂੰ ਚਲਾਉਣ ਵਾਸਤੇ ਉਹਨਾਂ ਨੂੰ ਕੰਮ ਕਰਜ਼ਾ ਲੈਣਾ ਪੈਂਦਾ ਹੈ। ਇਸ ਕਰਕੇ ਬਹੁਤ ਸਾਰੇ ਜਿਹੜੇ ਖੇਤ ਮਜ਼ਦੂਰ ਨੇ ਚਾਹੁੰਦੇ ਨੇ ਕਿ ਮਨਰੇਗਾ ਦੇ ਵਿੱਚ ਉਹਨਾਂ ਨੂੰ 100 ਦਿਨ ਦੀ ਦਿਹਾੜੀ ਮਿਲੇ। ਇਹ ਵੀ ਮੰਗ ਹੈ ਕਿ ਦਿਹਾੜੀ ਵਧਾ ਕੇ ਜਿਹੜੇ ਦਿਨ ਨੇ ਉਹ ਵਧਾ ਦਿੱਤੇ ਜਾਣ ਔਰ ਦੂਸਰਾ ਜਿਹੜੀ ਮਨਰੇਗਾ ਦੀ ਦਿਹਾੜੀ 200 ਰੁਪਏ ਪ੍ਰਤੀ ਦਿਨ ਹੈ ਉਹ ਵਧਾ ਕੇ 300 ਜਾਂ ਇਸ ਤੋਂ ਵੱਧ ਕੀਤੀ ਜਾਵੇ, ਜੋ ਮਾਰਕੀਟ ਰੇਟ ਹੈ ਉਹਦੇ ਬਰਾਬਰ ਕੀਤੀ ਜਾਵੇ ਤਾਂ ਕਿ ਉਹਨਾਂ ਦੀ ਆਮਦਨ ਵੱਧ ਸਕੇ। ਸੋ ਇਹ ਤਾਂ ਹੈਗੀ ਕਰਜ਼ੇ ਦੀ ਸਥਿਤੀ ਕਿ ਜਿਹੜੇ ਖੇਤ ਮਜ਼ਦੂਰ ਨੇ ਔਰ ਛੋਟੇ ਤੇ ਸੀਮਾਂਤ ਕਿਸਾਨ ਨੇ ਉਹ ਕਰਜ਼ੇ ਦੇ ਵਿਸ਼ੇਸ਼ ਸਰਕਲ ਵਿੱਚ ਫਸੇ ਹੋਏ ਨੇ। ਇਸ ਕਰਕੇ ਖੇਤ ਮਜ਼ਦੂਰ ਔਰ ਕਿਸਾਨ ਜਿਹੜੇ ਨੇ ਉਹ ਆਤਮ ਹੱਤਿਆਵਾਂ ਦੇ ਰਾਹ ਤੇ ਚੱਲੇ ਹੋਏ ਨੇ। ਜਿਹੜੇ ਵੱਡੇ ਕਿਸਾਨ ਨੇ ਜਾਂ ਮੱਧਮ ਕਿਸਮ ਦੇ ਕਿਸਾਨ ਨੇ ਜਿਨ੍ਹਾਂ ਕੋਲ ਖੇਤੀ ਦੇ ਨਾਲ ਕੋਈ ਹੋਰ ਕੰਮ ਵੀ ਨਾਲ ਹੈ, ਉਹਨਾਂ ਚੋਂ ਆਤਮ ਹੱਤਿਆਵਾਂ ਨਹੀਂ ਹੋ ਰਹੀਆਂ, ਉਹ ਵਿਸ਼ੇ ਸਰਕਲ ਦੇ ਵਿੱਚ ਫਸੇ ਹੋਏ ਨਹੀਂ ਹਨ। ਇਸ ਕਰਕੇ ਜਿਹੜੀ ਪ੍ਰਾਇਰਟੀ ਲੈਣੀ ਹੋਏ ਵੀ ਕਿਹਨਾਂ ਦੇ ਕਰਜ਼ੇ ਕੰਪਲੀਟਲੀ ਮਾਫ ਕਰਨੇ ਚਾਹੀਦੇ ਆ, ਇੱਕ ਤਾਂ ਖੇਤ ਮਜ਼ਦੂਰ ਨੇ ਜਿਨ੍ਹਾਂ ਦੇ ਕਰਜ਼ੇ ਕੰਪਲੀਟਲੀ ਮਾਫ ਕਰਨੇ ਚਾਹੀਦੇ ਆ। ਦੂਜਾ ਉਹ ਸੈਕਸ਼ਨ ਹੈ ਪੈਜ਼ੈਂਟਰੀ ਦਾ, ਕਿਸਾਨਾਂ ਦਾ ਜਿਹੜੇ ਸੀਮਾਂਤ ਨੇ 2.5 ਏਕੜ ਤੋਂ ਥੱਲੇ ਦੀ ਖੇਤੀ ਕਰਦੇ ਨੇ ਜਾਂ 5 ਏਕੜ ਤੋਂ ਥੱਲੇ ਦੀ ਖੇਤੀ ਕਰਦੇ ਨੇ। ਜਿਹੜੇ ਇਸ ਤੋਂ ਉੱਪਰ ਦੀ ਖੇਤੀ ਕਰਨ ਵਾਲੇ ਕਿਸਾਨ ਨੇ ਉਹਨਾਂ ਦੇ ਕੋਲ ਗੁੰਜਾਇਸ਼ ਹੈ ਕਿ ਕੁਝ ਦੇਰ ਲਈ ਇਸ ਕਰਜ਼ੇ ਦੀ ਪੰਡ ਨੂੰ ਬਰਦਾਸ਼ਤ ਕਰ ਸਕਦੇ ਨੇ। ਸੋ ਇਹ ਤਾਂ ਹੈਗਾ ਕਰਜ਼ੇ ਦੀ ਪ੍ਰੈਜ਼ੈਂਟ ਪੋਜੀਸ਼ਨ ਹੈ ਔਰ ਇਸ ਕਰਕੇ ਕਿਸਾਨ ਜਿਹੜੇ ਨੇ ਆਪਣੀ ਖੇਤੀ ਦੇ ਵਿੱਚ ਕੋਈ ਨਵੀਂ ਇਨੋਵੇਸ਼ਨ ਨਹੀਂ ਇੰਟਰੋਡਿਊਸ ਕਰ ਸਕਦੇ ਕਰਜ਼ੇ ਦੀ ਪੰਡ ਕਰਕੇ। ਦੂਸਰਾ ਕਾਰਨ ਇਹਦਾ ਇਹ ਹੈ ਕਿ ਜਿਹੜੀ ਖੇਤੀ ਹੈ ਕੁਝ ਸਮੇਂ ਪਿਛਲੇ ਸਮੇਂ ਤੋਂ ਪਿਛਲੇ 20-25 ਸਾਲਾਂ ਤੋਂ ਉਹਦੇ 'ਚ ਸਰਕਾਰ ਵੱਲੋਂ ਜਿਹੜੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਉਹ ਲਗਾਤਾਰ ਘਟਦੀਆਂ ਜਾ ਰਹੀਆਂ ਨੇ। ਜਿਵੇਂ ਖਾਦਾਂ ਦੇ ਭਾਅ ਜਿਹੜੇ ਨੇ ਉਹ ਵੱਧ ਗਏ ਨੇ ਔਰ ਇਹਨਾਂ ਤੇ ਸਬਸਿਡੀ ਘਟਦੀ ਜਾਂਦੀ ਹੈ। ਇਸੇ ਤਰ੍ਹਾਂ ਜਿਹੜੇ ਬੀਜ ਨੇ ਖੇਤੀ ਦੇ ਵਿੱਚ ਉਹ ਪਹਿਲਾਂ ਕਿਸਾਨ ਜਿਹੜੇ ਨੇ ਜਾਂ ਆਪ ਵੀ ਬੀਜ ਪੈਦਾ ਕਰਦੇ ਸੀ ਜਾਂ PAU ਦੇ ਪ੍ਰਮਾਣਿਤ ਕੇਂਦਰਾਂ ਤੋਂ ਬੀਜ ਲੈਂਦੇ ਸੀਗੇ। ਹੁਣ ਪ੍ਰਾਈਵੇਟ ਕੰਪਨੀਆਂ ਆ ਗਈਆਂ ਨੇ, ਉਹ ਬੀਜਾਂ ਦੇ ਭਾਅ ਬਹੁਤ ਜ਼ਿਆਦਾ ਰੱਖ ਲੈਂਦੀਆਂ ਨੇ। ਇਸੇ ਤਰ੍ਹਾਂ ਇਨਸੈਕਟੀਸਾਈਡ ਪੈਸਟੀਸਾਈਡ ਦੀ ਉਹਨਾਂ ਦੀ ਕੀਮਤ ਬਿਲਕੁਲ ਫ੍ਰੀ ਹੋ ਗਈ ਹੈ। ਐਗਰੀਕਲਚਰ ਮਸ਼ੀਨਰੀ ਦੀ ਕੀਮਤ ਲਗਾਤਾਰ ਵੱਧਦੀ ਜਾ ਰਹੀ ਹੈ। ਤੇ ਇਸ ਕਰਕੇ ਖਰਚੇ ਜ਼ਿਆਦਾ ਵਧਣ ਨਾਲ ਜਿਹੜੀ ਕਿਸਾਨਾਂ ਨੂੰ ਆਮਦਨ ਹੋਣੀ ਹੈ ਉਹ ਤਾਂ ਵੱਧ ਸਕਦੀ ਸੀ ਜੇ ਉਹਨਾਂ ਨੂੰ ਜਿਹੜੀ ਆ ਮਿਨੀਮਮ ਸਪੋਰਟ ਪ੍ਰਾਈਸ ਜਿਹੜੀ ਆ ਉਹ ਵੱਧ ਮਿਲਦੀ। ਇਸ ਕਰਕੇ ਕਿਸਾਨ ਜਿਹੜੇ ਨੇ ਉਹ ਜਿਹੜੀ ਸਵਾਮੀਨਾਥਨ ਦੇ ਮੁਤਾਬਕ ਜਿਹੜੀ ਮੰਗ ਰੱਖਦੇ ਨੇ ਕਿ ਸਾਨੂੰ ਮਿਨੀਮਮ ਸਪੋਰਟ ਪ੍ਰਾਈਸ ਦਿੱਤੀ ਜਾਏ। ਤਾਂ ਕਿਉਂਕਿ ਕਿਸਾਨਾਂ ਦੀ ਜਿਹੜੀ ਆਮਦਨ ਹੈ ਪ੍ਰਤੀ ਏਕੜ ਜਿਹੜੀ ਹੈ ਝਾੜ ਸਟੈਗਨੈਂਟ ਹੋਣ ਕਰਕੇ ਖਰਚੇ ਵਧਣ ਕਰਕੇ ਉਹ ਘਟਦੀ ਜਾ ਰਹੀ ਹੈ। ਤਾਂ ਇਸ ਕਰਕੇ ਉਹਨਾਂ ਸਿਰ ਜਿਹੜੇ ਸੀਮਾਂਤ ਤੇ ਛੋਟੇ ਕਿਸਾਨ ਨੇ ਉਹਨਾਂ ਸਿਰ ਕਰਜ਼ੇ ਦੀ ਪੰਡ ਵੱਧਦੀ ਜਾ ਰਹੀ ਹੈ। ਇਸੇ ਤਰ੍ਹਾਂ ਖੇਤ ਮਜ਼ਦੂਰ ਜਿਹੜੇ ਨੇ ਉਹਨਾਂ ਨੂੰ ਮਜ਼ਦੂਰੀ ਨਾ ਮਿਲਣ ਕਰਕੇ ਪ੍ਰੋਪਰਲੀ ਔਰ ਮਨਰੇਗਾ ਪੰਜਾਬ ਦੇ ਵਿੱਚ ਠੀਕ ਤਰ੍ਹਾਂ ਨਾ ਲਾਗੂ ਕਰਨ ਕਰਕੇ ਉਹਨਾਂ ਨੂੰ 30-35 ਦਿਨ ਤੋਂ ਵੱਧ ਕੰਮ ਨਹੀਂ ਮਿਲਦਾ ਐਵਰੇਜ ਜਿਹੜਾ ਹੈਗਾ। ਤੋ ਇਸ ਕਰਕੇ ਉਹਨਾਂ ਸਿਰ ਵੀ ਕਰਜ਼ੇ ਦੀ ਪੰਡ ਵੱਧਦੀ ਜਾਂਦੀ ਹੈ। ਤੋ ਇਹਨਾਂ ਨੂੰ ਜਿਹੜਾ ਕਰਜ਼ਾ ਮਾਫ ਕਰਨਾ ਬਹੁਤ ਜ਼ਰੂਰੀ ਹੈ, ਪਰ ਇਸ ਦੇ ਨਾਲ ਨਾਲ ਹੀ ਉਹ ਦੁਬਾਰਾ ਕਰਜ਼ੇ 'ਚ ਨਾ ਫਸਣ, ਇਹਨਾਂ ਦੀ ਆਮਦਨ ਵਧਾਉਣੀ ਬਹੁਤ ਜ਼ਰੂਰੀ ਹੈ। ਜੇਕਰ ਆਮਦਨ ਨਹੀਂ ਵੱਧਦੀ, ਇੱਕ ਵਾਰੀ ਕਰਜ਼ਾ ਮਾਫ ਹੀ ਕਰ ਦਿੱਤਾ ਜਾਵੇ, ਜਿਵੇਂ ਪਿਛਲੇ ਸਮੇਂ 'ਚ ਕੁਝ ਕਰਜ਼ਾ ਮਾਫ ਹੀ ਹੋਇਆ, ਤਾਂ ਉਹ ਉਹਨਾਂ ਨੂੰ ਟੈਂਪਰੇਰੀ ਰਿਲੀਫ ਜ਼ਰੂਰ ਦੇ ਦਿੰਦਾ ਹੈ ਲੇਕਿਨ ਉਹਨਾਂ ਦਾ ਕਰਜ਼ਾ ਮਾਫ ਨਹੀਂ ਕਰਦਾ। ਉਹ ਦੁਬਾਰਾ ਉਸੇ ਕਰਜ਼ੇ ਦੇ ਚੱਕਰ 'ਚ ਫਸ ਜਾਂਦੇ ਨੇ ਕਿਉਂਕਿ ਆਮਦਨ ਘੱਟ ਹੈ, ਖਰਚੇ ਜ਼ਿਆਦਾ ਹਨ। ਤੋ ਇਸ ਕਰਕੇ ਇਹ ਇੱਕ ਜਿਹੜਾ ਚੱਕਰ ਹੈ ਇਹਦੇ ਵਿੱਚ ਉਹ ਫਸੇ ਹੋਏ ਨੇ ਔਰ ਜਿੰਨੀ ਦੇਰ ਤੱਕ ਉਹਨਾਂ ਦੀ ਅਸੀਂ ਆਮਦਨ ਨਹੀਂ ਵਧਾਉਂਦੇ ਉਨੀ ਦੇਰ ਤੱਕ ਉਹਨਾਂ ਨੂੰ ਕਰਜ਼ੇ ਦੇ ਚੱਕਰ 'ਚੋਂ ਬਾਹਰ ਨਹੀਂ ਕੱਢਿਆ ਜਾ ਸਕਦਾ, ਜਿੰਨੀ ਦੇਰ ਤੱਕ ਉਹਨਾਂ ਦੀ ਆਮਦਨ ਉਹਨਾਂ ਦੇ ਖਰਚੇ ਤੋਂ ਜ਼ਿਆਦਾ ਨਹੀਂ ਹੋ ਜਾਂਦੀ। ਜੀ ਸੁੱਚਾ ਸਿੰਘ ਜੀ, ਇੱਥੇ ਇਹ ਕਿ ਇੱਕ ਤਾਂ ਸਵਾਲ ਇਹ ਉੱਠਦਾ ਹੈ ਕਿ ਆੜਤੀਆਂ ਅਤੇ ਬੈਂਕਾਂ ਦੀਆਂ ਲਿਮਟਾਂ ਜਿਹੜੀਆਂ ਆੜਤੀਆਂ ਤੋਂ ਕਹਿੰਦੇ ਵਿਆਜ ਬੜਾ ਆੜਤੀ ਲੈਂਦੇ ਨੇ ਤੇ ਇਸ ਕਰਕੇ ਉਹ ਕਰਜ਼ੇ ਦੀ ਦਰ ਉਧਰੋਂ ਵੀ ਵੱਧਦੀ ਹੈ। ਕੀ ਇਹਦੇ ਵਿੱਚ ਉਹਨਾਂ ਦਾ ਕੋਈ ਰੋਲ ਹੈ? ਤੇ ਦੂਜਾ ਇਹ ਕਿ ਜਿਹੜਾ ਬੈਂਕਾਂ ਦੀਆਂ ਲਿਮਟਾਂ, ਕਿਉਂਕਿ ਉਹ ਲਿਮਟ ਉਤਰਦੀ ਨਹੀਂ, ਛਮਾਈ ਆਉਂਦੀ ਹੈ ਤੇ ਉਦੋਂ ਬਾਅਦ ਹਾੜੀ ਸੋਣੀ ਤੇ ਜਦੋਂ ਲਿਮਟ ਤਾਰਨੀ ਹੁੰਦੀ ਹੈ, ਜੇ ਕਿਤੇ ਅੱਗੇ ਪਿੱਛੇ ਹੋ ਜੇ ਤਾਂ ਜੁਰਮਾਨੇ ਪੈ ਜਾਂਦੇ ਨੇ, ਫਿਰ ਉਹ ਵੱਧਦਾ ਲਗਾਤਾਰ ਵੱਧਦਾ ਜਾਂਦਾ। ਕੋਈ ਹੀ ਕਿਸਾਨ ਹੈ ਜੇ ਕੋਈ ਉਹਨਾਂ ਦਾ ਧੀ ਪੁੱਤ ਕਿਤੇ ਸਰਕਾਰੀ ਨੌਕਰੀ ਜਾਂ ਕਿਤੇ ਉਹਦਾ ਹੱਥ ਪੈ ਜੇ ਤਾਂ ਕਰਜ਼ਾ ਲਾ ਲੈਣ, ਨਹੀਂ ਤਾਂ ਉਹ ਵੀ ਕਰਜ਼ੇ ਦੀ ਪੰਡ ਥੱਲੇ ਆ ਜਾਂਦੇ ਨੇ। ਦੂਜਾ ਨਾਲ ਇਹ ਵੀ ਜੋੜਿਓ ਕਿ ਕਈ ਲੋਕ ਇਸ ਗੱਲ ਨੂੰ ਲੈ ਕੇ ਕਿਸਾਨਾਂ ਨੂੰ ਟਾਰਗੇਟ ਕਰਦੇ ਨੇ ਕਿ ਕਿਸਾਨ ਜਿਹੜੇ ਨੇ ਉਹ ਖਰਚੇ ਬਹੁਤ ਕਰਦੇ ਨੇ,
ਉਹਨਾਂ ਦੇ ਆਪਣੇ ਜਿਹੜੇ ਦੂਜੇ ਖਰਚੇ ਨੇ ਵਿਆਹਾਂ ਦੇ ਉੱਤੇ ਜਾਂ ਹੋਰ ਜਿਹੜਾ ਕਿਹਾ ਜਾਂਦਾ ਹੈ ਕਿ ਇੱਕ ਆਪਣਾ ਕਲਚਰ ਦੇ ਤੌਰ ਦੇ ਉੱਤੇ ਫੁਕਰਪੁਣਾ ਜਿਹਨੂੰ ਕਹਿ ਲੈਂਦੇ ਨੇ ਸਿੱਧੇ ਸ਼ਬਦਾਂ ਦੇ ਵਿੱਚ, ਕਿ ਉਹ ਜ਼ਿਆਦਾ ਆ। ਕਿਸਾਨ ਆਪਣੇ ਉਧਰਲੇ ਪਾਸਿਓਂ ਵੀ ਖਰਚੇ ਘਟਾਉਣ। ਇਹਦੇ ਵਿੱਚ ਕਿੰਨਾ ਕੁ ਦਮ ਹੈ ਇਹਨਾਂ ਬਿਆਨਾਂ 'ਚ? ਮੇਰਾ ਖਿਆਲ ਹੈ ਜਿਹੜਾ ਵੱਧ ਵਿਆਹਾਂ ਸ਼ਾਦੀਆਂ ਤੇ ਖਰਚੇ ਕਰਨ ਵਾਲਾ ਹੈ ਜਾਂ ਮਰਨ ਤੇ ਜੰਮਣ ਦੇ ਉੱਤੇ ਖਰਚੇ ਕਰਨ ਵਾਲਾ ਕੰਮ ਹੈ, ਇਹ ਬਹੁਤ ਛੋਟੇ ਕਿਸਾਨ ਤੇ ਖੇਤ ਮਜ਼ਦੂਰ ਨਹੀਂ ਕਰਦੇ। ਇਹ ਜ਼ਿਆਦਾ ਜਿਹੜੀ ਪ੍ਰਵਿਰਤੀ ਹੈ ਉਹ ਖਾਂਦੇ ਪੀਂਦੇ ਕਿਸਾਨਾਂ ਦੀ ਹੈ, ਜਿਹੜੇ ਮੈਰਿਜ ਪੈਲੇਸਿਸ ਵਿੱਚ ਜਾ ਕੇ ਸ਼ਾਦੀਆਂ ਕਰਦੇ ਨੇ। ਬਹੁਤ ਛੋਟੇ ਕਿਸਾਨ ਜਾਂ ਜਿਹੜੇ ਖੇਤ ਮਜ਼ਦੂਰ ਨੇ ਉਹ ਇਸ ਰਾਹ ਜਾ ਹੀ ਨਹੀਂ ਸਕਦੇ, ਕਿਉਂਕਿ ਉਹਨਾਂ ਕੋਲ ਇੰਨੀ ਇੰਨੀ ਆਮਦਨ ਹੀ ਨਹੀਂ ਹੈ, ਇੰਨੇ ਵਸੀਲੇ ਨਹੀਂ ਹਨ ਕਿ ਉਹ ਬੁੱਕ ਕਰਕੇ ਮੈਰਿਜ ਪੈਲੇਸ ਉਦਾਂ ਦੇ ਵੱਡੇ ਖਰਚੇ ਕਰਕੇ ਕੰਮ ਕਰ ਸਕਣ। ਲੇਕਿਨ ਜਿਹੜੇ ਕਿਸਾਨਾਂ ਸਿਰ ਕਰਜ਼ੇ ਨੇ, ਜਿਹੜਾ ਆੜ੍ਹਤੀਏ ਦਾ ਕਰਜ਼ਾ ਹੈ ਜਾਂ ਮਨੀ ਲੈਂਡਰ ਦਾ ਕਰਜ਼ਾ ਹੈ, ਉਹਦੇ 'ਚ ਵਿਆਜ ਦਰ ਜ਼ਿਆਦਾ ਹੈ, ਪਰ ਉਹ ਕਰਜ਼ਾ ਜਿਹੜਾ ਹੈ ਉਹ ਸਮੇਂ ਸਿਰ ਕਿਸਾਨਾਂ ਨੂੰ ਬਿਨਾਂ ਕਿਸੇ ਕਾਗਜ਼ ਪੱਤਰ ਬਹੁਤ ਸਾਰਾ ਤਿਆਰ ਕਰਨ ਤੋਂ ਬਗੈਰ ਦੇ ਦਿੰਦੇ ਨੇ। ਤੇ ਇਸ ਕਰਕੇ ਜਦੋਂ ਕਿਸਾਨ ਆਪਣੀ ਲਿਮਿਟ ਮੋੜਨੀ ਹੁੰਦੀ ਹੈ ਤਾਂ ਕਿ ਉਹਨਾਂ ਨੂੰ ਕ੍ਰਾਪ ਲੋਨ ਫਿਊਚਰ ਵਿੱਚ ਵੀ ਮਿਲ ਜੇ, ਤਾਂ ਉਹ ਆੜ੍ਹਤੀਆਂ ਤੋਂ ਫੜ ਕੇ ਕਰਜ਼ਾ ਉਧਰ ਮੋੜ ਦਿੰਦੇ ਨੇ, ਰੀਸਾਈਕਲਿੰਗ ਕ੍ਰੈਡਿਟ ਦੀ ਕਰਦੇ ਰਹਿੰਦੇ ਨੇ। ਤੋਂ ਆੜ੍ਹਤੀਆਂ ਤੋਂ ਲੈ ਕੇ ਬੈਂਕਾਂ ਨੂੰ ਦਿੰਦੇ, ਬੈਂਕਾਂ ਤੋਂ ਲੈ ਕੇ ਆੜ੍ਹਤੀਆਂ ਨੂੰ ਮੋੜਦੇ। ਖਾਸ ਕਰ ਆੜ੍ਹਤੀਆਂ ਦਾ ਕਰਜ਼ਾ ਜਿਹੜਾ ਉਹ ਆਟੋਮੈਟਿਕਲੀ ਮੁੜ ਜਾਂਦਾ ਹੈ, ਕਿਉਂਕਿ ਜਦੋਂ ਫਸਲ ਵੇਚਦੇ ਨੇ ਤੇ ਚੈੱਕ ਜਿਹੜਾ ਵਾਇਆ ਆੜ੍ਹਤੀਆਂ ਦੇ ਆਉਂਦਾ ਹੈ, ਤਾਂ ਆੜ੍ਹਤੀਆ ਜਿਹੜਾ ਆਪਣੇ ਪੈਸੇ ਕੱਟ ਕੇ ਤੇ ਉਹਨਾਂ ਤੋਂ ਐਡਵਾਂਸ ਉਹਨਾਂ ਨੇ ਚੈੱਕ ਪੋਸਟ ਡੇਟਡ ਲਏ ਹੁੰਦੇ ਨੇ, ਤਾਂ ਆਪਣੀ ਪੂਰਾ ਕਰਜ਼ਾ ਕਰ ਲੈਂਦੇ ਨੇ। ਤਾਂ ਇਸ ਕਰਕੇ ਇਹ ਜਿਹੜੇ ਕਰਜ਼ੇ ਨੇ, ਇਹ ਕਿਸਾਨਾਂ ਸਿਰ ਜਿਹੜੇ ਕਰਜ਼ੇ ਨੇ ਉਹ ਆੜ੍ਹਤੀਆਂ ਦੇ, ਔਰ ਦੂਸਰਾ ਜਿਹੜਾ ਹੈਗਾ ਇੰਸਟੀਟਿਊਸ਼ਨ ਜਿਹੜੀਆਂ ਬੈਂਕ ਔਰ ਦੂਸਰੇ ਜਿਹੜੇ ਕੋਆਪਰੇਟਿਵ ਸੁਸਾਇਟੀਆਂ ਨੇ ਜਾਂ ਬੈਂਕ ਨੇ, ਉਹਨਾਂ ਦੇ ਕਰਜ਼ੇ ਨੇ। ਤਾਂ ਲਿਮਟਾਂ ਜਿਹੜੀਆਂ ਵਧਾਉਣ ਦੇ ਨਾਲ, ਕਿਉਂਕਿ ਲਿਮਟਾਂ ਵਧਾਉਣ ਦੇ ਨਾਲ ਉਹ ਫਿਰ ਉਹਨਾਂ ਦਾ ਕਰਜ਼ੇ ਦੀ ਰਕਮ ਜਿਹੜੀ ਆ ਹੌਲੀ ਹੌਲੀ ਮੋਟੀ ਹੁੰਦੀ ਜਾਂਦੀ ਹੈ, ਤੇ ਜੇ ਕਰਜ਼ਾ ਨਹੀਂ ਮੋੜਦੇ ਤਾਂ ਫਿਰ ਉਹਨਾਂ ਨੂੰ ਉਹਨਾਂ ਤੇ ਜਿਹੜਾ ਹੈਗਾ ਜੁਰਮਾਨਾ ਪੈ ਜਾਂਦਾ ਹੈਗਾ, ਤਾਂ ਫਿਰ ਕਰਜ਼ਾ ਵੱਧਦਾ ਜਾਂਦਾ ਹੈ। ਤਾਂ ਇਸ ਕਰਕੇ ਰੀਸਾਈਕਲਿੰਗ ਕਰਨ ਦੀ ਮਜਬੂਰੀ 'ਚ ਕਿਸਾਨ ਜਿਹੜੇ ਨੇ ਆੜ੍ਹਤੀਆਂ ਕੋਲ ਜਾਂਦੇ ਨੇ। ਦੂਸਰਾ ਦੋ ਵੱਡੇ ਹੋਰ ਕਾਰਨ ਨੇ ਜਿਹੜੇ ਕਿ ਸਾਨੂੰ ਪੰਜਾਬ ਦੇ ਲੋਕਾਂ ਨਾਲ ਸਾਂਝੇ ਕਰਨੇ ਚਾਹੀਦੇ ਨੇ, ਕਿ 1991 ਤੋਂ ਬਾਅਦ ਪੰਜਾਬ ਦੇ ਵਿੱਚ ਹੈਲਥ ਸੇਵਾਵਾਂ ਜਿਹੜੀਆਂ ਨੇ, ਸਿਹਤ ਸੇਵਾਵਾਂ, ਉਹਨਾਂ ਦਾ ਨਿੱਜੀਕਰਨ ਕੀਤਾ ਗਿਆ। ਤਾਂ ਉਹਦੇ ਤੇ ਖਰਚੇ ਕਿਸਾਨਾਂ ਦੇ ਬਹੁਤ ਵੱਧ ਗਏ ਨੇ। ਕਿਸੇ ਦਾ ਐਕਸੀਡੈਂਟ ਹੋ ਜਾਏ, ਕੋਈ ਬੱਚਾ ਬਿਮਾਰ ਹੋ ਜਾਏ ਜਾਂ ਬੀਵੀ ਬਿਮਾਰ ਹੋ ਜਾਏ ਜਾਂ ਆਪ ਬਿਮਾਰ ਹੋ ਜਾਣ, ਤੇ ਜਿਹੜਾ ਪਬਲਿਕ ਹੈਲਥ ਸਿਸਟਮ ਹੈ, ਸਰਕਾਰੀ ਹਸਪਤਾਲ ਨੇ, ਪਿੰਡਾਂ 'ਚ ਤੇ ਬਹੁਤ ਉਹ ਚੱਲਦੇ ਨਹੀਂ, ਤੇ ਸ਼ਹਿਰਾਂ 'ਚ ਆ ਜਾਂਦੇ ਨੇ, ਤਾਂ ਉਹ ਵੀ ਠੀਕ ਨਹੀਂ ਹਾਲਤ ਉਹਨਾਂ ਦੀ। ਉਹ ਪ੍ਰਾਈਵੇਟ ਕਿਤੇ ਹਸਪਤਾਲ ਜਦੋਂ ਫਸ ਜਾਂਦੇ ਨੇ ਤਾਂ ਉਹ ਕਾਫੀ ਕਰਜ਼ੇ ਦੀ ਪੰਡ ਉਹਨਾਂ ਸਿਰ ਵੱਧ ਜਾਂਦੀ ਹੈ। ਦੂਸਰਾ ਕਾਰਨ ਹੈ ਕਿ ਜਿਹੜੀ ਵਿੱਦਿਆ ਹੈ, ਵਿੱਦਿਆ ਦੇ ਖੇਤਰ ਨਿੱਜੀਕਰਨ ਅਸੀਂ ਬਹੁਤ ਕੀਤਾ ਹੈ, ਖਾਸ ਕਰਕੇ ਪ੍ਰੋਫੈਸ਼ਨਲ ਕੋਰਸਿਸ ਦੇ ਵਿੱਚ। ਤਾਂ ਉਹਦੇ ਵਿੱਚ ਫੀਸਾਂ ਬਹੁਤ ਜ਼ਿਆਦਾ ਨੇ, ਤੇ ਉਹ ਫੀਸਾਂ ਅਦਾ ਨਹੀਂ ਕਰ ਸਕਦੇ। ਤੇ ਜਿਹੜੇ ਕਿਸਾਨਾਂ ਦੇ ਬੱਚੇ ਜਿਹੜੇ ਨੇ ਇਹਨਾਂ ਥਾਵਾਂ ਤੇ ਇਸ ਤਰ੍ਹਾਂ ਦੇ ਕੋਰਸ ਕਰਨੇ ਚਾਹੁੰਦੇ ਨੇ, ਉਹਨਾਂ ਸਿਰ ਕਰਜ਼ੇ ਵੱਧਦੇ ਜਾਂਦੇ ਨੇ। ਤੀਜਾ ਕਾਰਨ ਹੈ ਕਿ ਕੁਝ ਬੱਚੇ ਜਿਹੜੇ ਨੇ ਮਾਂ ਪਿਓ ਦੀ ਬਾਂਹ ਮਰੋੜ ਕੇ ਕੈਨੇਡਾ, ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਜਾਂ ਇੰਗਲੈਂਡ ਜਾਂ USA ਜਾਣਾ ਚਾਹੁੰਦੇ ਪੜ੍ਹਾਈ ਵਾਸਤੇ, ਉਹ ਫਿਰ ਜ਼ਮੀਨ ਗਹਿਣੇ ਰੱਖਦੇ ਨੇ ਜਾਂ ਜ਼ਮੀਨ ਵੇਚਦੇ ਨੇ ਜਾਂ ਆੜ੍ਹਤੀਆਂ ਤੋਂ ਪੈਸੇ ਫੜਦੇ ਨੇ। ਸੋ ਇਹ ਜਿਹੜੇ 3-4 ਵੱਡੇ ਕਾਰਨ ਜਨਰੇਟ ਹੋ ਗਏ ਨੇ, ਇਹਦੇ ਕਰਕੇ ਕਰਜ਼ਿਆਂ ਦੀ ਪੰਡ ਜਿਹੜੀ ਆ ਵੱਧਦੀ ਜਾਂਦੀ ਹੈ, ਔਰ ਇਹਨੂੰ ਜਿਹੜਾ ਹੈ ਠੀਕ ਤਰ੍ਹਾਂ ਸਮਝ ਕੇ ਨਜਿੱਠਣ ਦੀ ਵੱਧ ਜ਼ਰੂਰਤ ਹੈ। ਪਰ ਖੇਤ ਮਜ਼ਦੂਰ ਜਿਹੜੇ ਨੇ ਉਹਨਾਂ ਦੇ ਕਰਜ਼ੇ ਤੇ ਕੰਜ਼ੰਪਸ਼ਨ ਲੋਨ ਹੀ ਨੇ, ਕਿ ਉਹਨਾਂ ਦੇ ਨਾਂ ਦੇ ਬੱਚੇ ਚੰਗੇ ਕੋਰਸਾਂ 'ਚ ਪੜ੍ਹ ਰਹੇ ਜਿੱਥੇ ਫੀਸ ਲੱਗਦੀ ਹੈ, ਨਾ ਹੀ ਉਹ ਪ੍ਰਾਈਵੇਟ ਸੈਕਟਰ ਦਾ ਹੈਲਥ ਕੇਅਰ ਪ੍ਰਾਪਤ ਕਰ ਸਕਦੇ ਨੇ, ਉਹ ਵਿਚਾਰੇ ਬਿਨਾਂ ਇਲਾਜ ਦੇ ਮਰੀ ਜਾਂਦੇ ਨੇ। ਸੋ ਹੈਲਥ ਕੇਅਰ ਦਾ ਪ੍ਰਾਈਵੇਟਾਈਜੇਸ਼ਨ ਹੋਣਾ, ਵਿੱਦਿਆ ਦਾ ਨਿੱਜੀਕਰਨ ਹੋਣਾ, ਵਪਾਰੀਕਰਨ ਹੋਣਾ, ਔਰ ਜਿਹੜੀ ਹੈ ਉਹਨਾਂ ਦੀ ਆਮਦਨ ਦਾ ਘਟਣਾ, ਇਹ ਜ਼ਿਆਦਾ ਕਾਰਨ ਨੇ। ਥੋੜੇ ਬਹੁਤੇ ਖਰਚੇ ਜਿਵੇਂ ਮੋਬਾਈਲ ਦਾ ਖਰਚਾ ਹੈ, ਮੋਟਰਸਾਈਕਲ ਦਾ ਖਰਚਾ ਹੈ, ਇਹ ਸਟਾਈਲ ਆਫ ਲਾਈਫ ਦੇ ਨਾਲ ਜ਼ਰੂਰ ਵਧਿਆ ਹੈਗਾ, ਕਿਉਂਕਿ ਕੰਪਨੀਆਂ ਨੇ ਲੋਕਾਂ ਨੂੰ ਕਰਜ਼ਿਆਂ ਤੇ ਮੋਟਰਸਾਈਕਲ, ਮੋਬਾਈਲ ਵਗੈਰਾ ਵੇਚਣੇ ਸ਼ੁਰੂ ਕਰ ਦਿੱਤੇ ਨੇ। ਤਾਂ ਥੋੜਾ ਖਰਚਾ ਵਧਿਆ, ਲੇਕਿਨ ਉਨਾ ਖਰਚਾ ਨਹੀਂ ਵਧਿਆ ਜਿੰਨਾ ਕੁਝ ਲੋਕ ਕਹਿੰਦੇ ਨੇ ਕਿ ਵਿਆਹਾਂ ਸ਼ਾਦੀਆਂ ਕਰਕੇ ਕਰਜ਼ੇ ਦੀ ਪੰਡ ਹੇਠਾਂ ਕਿਸਾਨ ਫਸੇ ਹੋਏ ਨੇ। ਜੀ ਬਿਲਕੁਲ ਬਿਲਕੁਲ। ਜਿੱਥੇ ਤੱਕ ਤੁਸੀਂ ਆਮਦਨ ਦੁੱਗਣੀ, ਜਿਵੇਂ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਰਹੇ ਨੇ ਕਿ ਸ਼ਾਇਦ ਨਵੇਂ ਸਾਲ ਤੋਂ, ਕਹਿੰਦੇ 2022 ਤੋਂ ਅਸੀਂ ਦੇਣੀ ਆ, ਇਹ ਵਾਅਦੇ ਪਹਿਲਾਂ ਕਰਦੇ ਰਹੇ। ਹੁਣ ਵੀ MSP ਨੂੰ ਲੈ ਕੇ ਕਿਸਾਨਾਂ ਦਾ ਰੇੜਕਾ ਜਿਹੜਾ ਉਹ ਸਰਕਾਰ ਨਾਲ ਬਣਿਆ ਹੋਇਆ। ਕੀ ਕਿਸਾਨਾਂ ਦੀ ਆਮਦਨ MSP ਦੇ ਨਾਲ ਮਤਲਬ ਕਿ ਕਿਸ ਹੱਦ ਤੱਕ ਜਾ ਸਕਦੀ ਹੈ? ਪੰਜਾਬ ਸਰਕਾਰ ਉਹਦੇ ਵਿੱਚ ਕੀ ਰੋਲ ਅਦਾ ਕਰ ਸਕਦੀ ਹੈ, ਜੇ ਇਕੱਲੇ ਪੰਜਾਬ ਦੀ ਗੱਲ ਕਰ ਲਈ ਜਾਏ? ਦੇਸ਼ ਭਰ ਦੇ ਵਿੱਚ, ਕਿਉਂਕਿ ਵੱਖ-ਵੱਖ ਥਾਵਾਂ ਤੇ ਸਿਰਫ ਪੰਜਾਬ ਤੇ ਹਰਿਆਣੇ ਦੇ ਵਿੱਚ ਹੀ MSP ਮਿਲਦੀ ਹੈ, ਬਾਕੀ ਸੂਬਿਆਂ ਦੇ ਵਿੱਚ ਤਾਂ ਮਿਲਦੀ ਵੀ ਨਹੀਂ, ਨਾ ਉਹਨਾਂ ਨੂੰ ਜਾਣਕਾਰੀ ਹੈ। ਤੇ ਹੁਣ ਜੇ ਅੰਦੋਲਨ ਦੇ ਜ਼ਰੀਏ ਜਾਣਕਾਰੀ ਮਿਲੀ ਹੈ ਤਾਂ ਇਸੇ ਕਰਕੇ ਸਰਕਾਰ ਨਾਲ ਫਸਿਆ ਕਿ MSP ਜਿਹੜੀ ਹੈ ਉਹ ਦਿੱਤੀ ਜਾਏ। ਪਰ ਕੀ MSP ਦੇਣ ਦੇ ਨਾਲ
ਪੰਜਾਬ 'ਚ ਫਸਲੀ ਵਿਭਿੰਨਤਾ ਜਾਂ ਦੇਸ਼ 'ਚ ਫਸਲੀ ਵਿਭਿੰਨਤਾ ਆ ਜਾਏਗੀ? ਦੇਖੋ, ਜਿੱਥੋਂ ਤੱਕ ਫਸਲੀ ਵਿਭਿੰਨਤਾ ਦਾ ਸਵਾਲ ਹੈ, ਉਹ ਇਸ ਕਰਕੇ ਨਹੀਂ ਹੋ ਰਹੀ ਕਿ ਜਿਹੜੀ ਮਿਨੀਮਮ ਸਪੋਰਟ ਪ੍ਰਾਈਸ ਹੈ ਉਹ ਬੜੀ ਡਿਫੈਕਟਿਵ, ਨੁਕਸਦਾਰ ਤਰੀਕੇ ਨਾਲ ਲਾਗੂ ਕੀਤੀ ਜਾ ਰਹੀ ਹੈ ਕਿ ਸਿਰਫ 2 ਫਸਲਾਂ, 2.5 ਫਸਲਾਂ, ਇੱਕ ਕਣਕ ਝੋਨਾ ਤੇ ਅੱਧਾ ਕੁ ਕਪਾਹ ਦਾ ਕਦੀ ਕਦੀ ਦੇ ਦਿੰਦੇ ਨੇ। ਤੇ ਜੇ ਇਹ ਮਿਨੀਮਮ ਸਪੋਰਟ ਪ੍ਰਾਈਸ ਜਿਹੜੀਆਂ 23 ਫਸਲਾਂ ਤੇ ਸਰਕਾਰ ਅਨਾਉਂਸ ਕਰਦੀ ਹੈ, ਉਹ ਠੀਕ ਤਰ੍ਹਾਂ ਕਿਸਾਨਾਂ ਨੂੰ ਦਿੱਤੀਆਂ ਜਾਣ ਤੇ ਵਿਭਿੰਨਤਾ ਸੰਭਵ ਹੈ। ਔਰ ਥੋੜੀ ਜਿਹੜੀ ਕੀਮਤ ਹੈ ਝੋਨੇ ਕਣਕ ਨਾਲੋਂ ਵਿਭਿੰਨਤਾ ਵਾਲੀਆਂ ਫਸਲਾਂ ਦੀ ਜੇ ਵੱਧ ਵਧਾਈ ਜਾਵੇ ਤਾਂ ਵਿਭਿੰਨਤਾ ਵੱਲ ਕਿਸਾਨ ਜਾ ਸਕਦੇ ਨੇ। ਜਿਵੇਂ ਤੁਹਾਨੂੰ ਯਾਦ ਹੋਏਗਾ, ਪਿਛਲੇ ਸਾਲਾਂ 'ਚ ਕਿਸਾਨਾਂ ਨੇ ਮੱਕੀ ਬਹੁਤ ਬੀਜੀ, ਕਦੀ ਸੂਰਜਮੁਖੀ ਦਾ ਵੀ ਉਹਨਾਂ ਨੇ ਕਾਫੀ ਕਲਟੀਵੇਸ਼ਨ ਕੀਤੀ, ਲੇਕਿਨ ਜਦੋਂ ਮੰਡੀ ਵਿੱਚ ਉਹਨਾਂ ਨੂੰ ਠੀਕ ਭਾਅ ਨਹੀਂ ਮਿਲਿਆ ਤਾਂ ਉਹ ਮੁੜ ਰਿਵਰਟ ਬੈਕ ਝੋਨੇ ਵੱਲ ਨੂੰ ਚਲੇ ਗਏ। ਤੇ ਇਸ ਕਰਕੇ ਜਿੰਨੀ ਦੇਰ ਤੱਕ ਅਸੀਂ ਜਿਹੜੀਆਂ ਸੁਜੈਸਟ ਕਰਦੇ ਹਾਂ ਕ੍ਰਾਪਸ ਕਿ ਝੋਨਾ ਕਣਕ ਦੀ ਬਜਾਏ ਉਹ ਬੀਜੀਆਂ ਜਾਣ, ਉਹਨਾਂ ਦਾ ਭਾਅ ਨਿਸ਼ਚਿਤ ਰੂਪ ਵਿੱਚ ਕਿਸਾਨਾਂ ਨੂੰ ਨਹੀਂ ਦਿੰਦੇ ਤੇ ਉਹ ਫਸਲ ਖਰੀਦੀ ਨਹੀਂ ਜਾਂਦੀ ਤਾਂ ਵਿਭਿੰਨਤਾ ਨਹੀਂ ਹੋ ਸਕਦੀ। ਇਸੇ ਕਰਕੇ ਕੀਮਤ ਦਾ ਇਸ਼ੂ ਜਿਹੜਾ ਮਿਨੀਮਮ ਸਪੋਰਟ ਪ੍ਰਾਈਸ ਦਾ ਪੇਚ ਹੈ, ਉਹ ਬੜਾ ਇੰਪੋਰਟੈਂਟ ਹੈ ਕਿਸਾਨਾਂ ਵਾਸਤੇ। ਕਿ ਵਿਭਿੰਨਤਾ ਵਾਸਤੇ ਜਿਵੇਂ ਪੰਜਾਬ ਦਾ ਕੇਸ ਲਈਏ ਕਿ ਪਾਣੀ ਨੂੰ ਬਚਾਉਣਾ, ਧਰਤੀ ਨੂੰ ਬਚਾਉਣਾ, ਉਪਜਾਊ ਸ਼ਕਤੀ ਨੂੰ ਬਚਾਉਣਾ, ਵਾਤਾਵਰਨ ਨੂੰ ਬਚਾਉਣਾ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ ਆਮਦਨ ਦੇ ਨਾਲ ਨਾਲ। ਲੇਕਿਨ ਇਹਨੂੰ ਬਚਾਉਣ ਵਾਸਤੇ ਜ਼ਰੂਰੀ ਹੈ ਕਿ ਜਿਹੜੀਆਂ ਬਹੁਤ ਸਾਰੀਆਂ ਫਸਲਾਂ ਸਰਕਾਰ ਸੁਝਾਅ ਦਿੰਦੀ ਹੈ ਕਿ ਬੀਜੋ, ਮੱਕੀ ਹੈ, ਤੇਲਾਂ ਦੇ ਬੀਜ ਨੇ, ਦਾਲਾਂ ਨੇ, ਸਬਜ਼ੀਆਂ ਨੇ, ਉਹਨਾਂ ਦੀ ਕੋਈ ਸਾਨੂੰ ਖਰੀਦ ਔਰ ਮਿਨੀਮਮ ਸਪੋਰਟ ਪ੍ਰਾਈਸ ਨਿਸ਼ਚਿਤ ਕਰਕੇ ਦੇਣ ਦੀ ਸਮਰੱਥਾ ਰੱਖਦੀ ਹੈ ਕਿ ਨਹੀਂ। ਇਸ ਕਰਕੇ ਜੇ ਇਹ 23 ਫਸਲਾਂ ਜਿਹੜੀਆਂ ਨੇ ਜਾਂ ਹੋਰ ਫਸਲਾਂ ਨੇ, ਉਹਨਾਂ ਦੀ ਕੀਮਤ ਜਿਹੜੀ ਆ ਠੀਕ ਕਿਸਾਨਾਂ ਨੂੰ ਦਿੱਤੀ ਜਾਵੇ ਤਾਂ ਵਿਭਿੰਨਤਾ ਹੋ ਸਕਦੀ ਹੈ। ਜਿੱਥੋਂ ਤੱਕ ਤੁਹਾਡਾ ਸਵਾਲ ਹੈ ਕਿ ਕਿਸਾਨਾਂ ਨੂੰ ਠੀਕ ਭਾਅ ਦੇਣ ਦੇ ਨਾਲ ਉਹਨਾਂ ਦੀ ਆਮਦਨ ਕਿੱਥੋਂ ਤੱਕ ਵੱਧ ਸਕਦੀ ਹੈ, ਜਿਵੇਂ ਸਵਾਮੀਨਾਥਨ ਕਮਿਸ਼ਨ ਨੇ ਕਿਹਾ ਕਿ ਖੇਤੀ ਦੇ ਵਿੱਚ ਲਾਗਤ ਦੇ ਉੱਪਰ 50% ਜਿਹੜਾ ਹੈ ਉਹ ਕਿਸਾਨਾਂ ਨੂੰ ਵੱਧ ਕੀਮਤ ਇਸ ਕਰਕੇ ਦਿੱਤੀ ਜਾਵੇ ਕਿ ਕਿਸਾਨਾਂ ਦੀ ਉਪਜ ਜਿਹੜੀ ਆ ਉਹ ਵੱਧ ਖਤਰੇ ਵਾਲੀ ਹੈ, ਰਿਸਕ ਬਹੁਤ ਹੈ। ਮੌਸਮ ਖਰਾਬ ਹੋਣ ਨਾਲ ਖਰਾਬ ਹੋ ਜਾਂਦਾ, ਗੜੇ ਪੈ ਜਾਂਦੇ, ਕਈ ਵਾਰੀ ਫਲੱਡ ਆ ਜਾਂਦਾ, ਕਈ ਵਾਰੀ ਪਾਣੀ ਮਾਰ ਕਰ ਜਾਂਦਾ ਹੈਗਾ ਫਲੱਡ ਆਉਣ ਦੇ ਨਾਲ, ਕਈ ਵਾਰੀ ਮੀਂਹ ਨਹੀਂ ਪੈਂਦਾ, ਉਹਦੇ ਕਰਕੇ ਨੁਕਸਾਨ ਜ਼ਿਆਦਾ ਹੁੰਦਾ ਹੈ। ਤੇ ਹੁਣ ਜੇ ਦੇਖਿਆ ਜਾਵੇ ਤਾਂ ਇਸ ਵੇਲੇ ਜਿਹੜੀ ਹੈ ਸਰਕਾਰ ਇੱਕ ਡਿਫੈਕਟਿਵ ਤਰੀਕੇ ਦੇ ਨਾਲ ਇਹਨੂੰ ਅਨਾਉਂਸ ਕਰ ਰਹੀ ਹੈ, ਲੇਕਿਨ ਸਵਾਮੀਨਾਥਨ ਫਾਰਮੂਲੇ ਦੇ ਨਾਲ ਨਹੀਂ ਕਰ ਰਹੀ। ਤੇ ਜੇ ਸਵਾਮੀਨਾਥਨ ਫਾਰਮੂਲੇ ਨਾਲ ਕਰ ਦਿੱਤਾ ਜਾਵੇ ਤਾਂ ਜ਼ਰੂਰ ਕਿਸਾਨਾਂ ਦੀ 50% ਕੀਮਤ ਵੱਧ ਸਕਦੀ ਹੈ। ਇਸੇ ਕਰਕੇ ਕਿਸਾਨ ਇਸ ਗੱਲ ਉੱਤੇ ਬਹੁਤ ਜ਼ੋਰ ਦੇ ਰਹੇ ਨੇ ਕਿ ਮਿਨੀਮਮ ਸਪੋਰਟ ਪ੍ਰਾਈਸ ਸਾਰੇ ਹਿੰਦੁਸਤਾਨ ਦੇ ਵਿੱਚ ਕੀਤੀ ਜਾਵੇ ਔਰ ਸਾਰੀਆਂ ਫਸਲਾਂ ਦੇ ਉੱਤੇ ਕੀਤੀ ਜਾਵੇ। ਸੋ ਇਹ ਤਾਂ ਸੰਭਵ ਹੈ ਜੇ ਕੇਂਦਰ ਸਰਕਾਰ ਤੇ ਸਟੇਟ ਗਵਰਨਮੈਂਟ ਜਿਹੜੀਆਂ ਨੇ ਉਹ ਰਲ ਕੇ ਕੰਮ ਕਰਨ। ਇਸ ਕਰਕੇ ਮੈਂ ਕਹਿ ਰਿਹਾ ਕਿ ਕੁਝ ਫਸਲਾਂ ਦਾ ਜਿਹੜਾ ਮਿਨੀਮਮ ਸਪੋਰਟ ਪ੍ਰਾਈਸ ਹੈ ਸਟੇਟਾਂ ਤੈਅ ਕਰਦੀਆਂ ਨੇ, ਸੂਬੇ ਤੈਅ ਕਰਦੀਆਂ ਨੇ। ਜਿਵੇਂ ਹਿਮਾਚਲ ਦੇ ਵਿੱਚ ਮਿਨੀਮਮ ਸਪੋਰਟ ਪ੍ਰਾਈਸ ਸੇਬਾਂ ਦੀ ਜਿਹੜੀ ਹੈ ਉਹ ਸਰਕਾਰ ਤੈਅ ਕਰਦੀ ਹੈ। ਪੰਜਾਬ ਦੇ ਵਿੱਚ ਗੰਨੇ ਦੀ ਮਿਨੀਮਮ ਸਪੋਰਟ ਪ੍ਰਾਈਸ ਪੰਜਾਬ ਗਵਰਨਮੈਂਟ ਤੈਅ ਕਰਦੀ ਹੈ। ਦੁੱਧ ਦੀ ਮਿਨੀਮਮ ਪ੍ਰਾਈਸ ਪੰਜਾਬ ਦੇ ਵਿੱਚ ਸਰਕਾਰ ਤੈਅ ਕਰਦੀ ਹੈ, ਪੰਜਾਬ ਸਰਕਾਰ। ਸੋ ਇਸੇ ਤਰ੍ਹਾਂ ਹੋਰ ਕਈ ਰਾਜਾਂ ਦੇ ਵਿੱਚ ਇਹ ਡਿਫਰੈਂਸਿਸ ਨੇ ਕਿ ਕਿਸੇ ਹੋਰ ਕਮੋਡਿਟੀ ਦੀ ਪ੍ਰਾਈਸ ਜਿਹੜੀ ਹੈ ਉਹ ਸਰਕਾਰ ਤੈਅ ਕਰਦੀ ਹੈ। ਤਾਂ ਇਸ ਕਰਕੇ ਮੈਂ ਸਮਝਦਾ ਕਿ ਇਸ ਮਾਮਲੇ ਦੇ ਵਿੱਚ ਸਟੇਟਾਂ ਨੂੰ ਰਲ ਕੇ ਕੰਮ ਕਰਨਾ ਚਾਹੀਦਾ ਹੈ। ਲੇਕਿਨ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਇਸ ਮਾਮਲੇ 'ਚ ਉਹ ਸੈਂਟਰਲ ਗਵਰਨਮੈਂਟ ਦੀ ਹੈ, ਕਿਉਂਕਿ ਸਟੇਟਾਂ ਦੇ ਕੋਲ ਇੱਕ ਤਾਂ ਸਾਧਨ, ਜਿਹੜੇ ਫਿਸਕਲ ਸਾਧਨ ਨੇ ਉਹ ਬਹੁਤ ਘੱਟ ਨੇ। ਬਹੁਤ ਸਾਰੀਆਂ ਸਰਕਾਰਾਂ ਜਿਹੜੀਆਂ ਕਰਜ਼ੇ ਵਿੱਚ ਡੁੱਬੀਆਂ ਹੋਈਆਂ ਨੇ, ਉਹ ਇਸ ਪੋਜੀਸ਼ਨ 'ਚ ਨਹੀਂ ਹੈ ਕਿ ਉਹ ਕਿਸਾਨਾਂ ਨੂੰ ਉਹ ਭਾਅ ਦੇ ਸਕਣ ਜਿਹੜੇ ਕਿਸਾਨ ਚਾਹੁੰਦੇ ਨੇ ਜਾਂ ਸਾਰੀਆਂ ਫਸਲਾਂ ਦੇ ਸਕਣ। ਇਸੇ ਤਰ੍ਹਾਂ ਉਹਨਾਂ ਦੇ ਭੰਡਾਰੀ ਕਰਨ ਵਾਸਤੇ ਸਟੇਟ ਗਵਰਨਮੈਂਟਾਂ ਦੇ ਕੋਲ ਨਾ ਗੋਦਾਮ ਨੇ, ਕਈਆਂ ਥਾਵਾਂ ਤੇ ਉਹਨਾਂ ਨੂੰ ਠੰਡੇ ਗੋਦਾਮ ਚਾਹੀਦੇ ਨੇ, ਕਈ ਥਾਵਾਂ ਤੇ ਆਰਡੀਨਰੀ ਗੋਦਾਮ ਚਾਹੀਦੇ ਨੇ, ਨਾ ਗੋਦਾਮ ਨੇ, ਨਾ ਉਹਨਾਂ ਦੀ ਸਮਰੱਥਾ ਹੈ ਕਿ ਉਹਨਾਂ ਨੂੰ ਖਰੀਦ ਕੇ ਰੱਖ ਕੇ ਮੁੜ ਕੇ ਵੇਚ ਸਕਣ। ਸੋ ਇਸ ਕਰਕੇ ਭਾਰ ਜਿਹੜਾ ਹੈ ਸੈਂਟਰਲ ਗਵਰਨਮੈਂਟ ਨੂੰ ਆਪਣੇ ਸਿਰ ਕਾਫੀ ਚੁੱਕਣਾ ਪੈਣਾ ਹੈ। ਲੇਕਿਨ ਸਟੇਟ ਗਵਰਨਮੈਂਟਾਂ ਜਿਹੜੀਆਂ ਨੇ ਉਹਨਾਂ ਨੂੰ ਕਾਨਫੀਡੈਂਸ ਲੈ ਕੇ ਕੰਮ ਕੀਤਾ ਜਾ ਸਕਦਾ ਹੈ। ਜਿਵੇਂ ਪੰਜਾਬ ਸਰਕਾਰ ਬਾਰੇ ਜੇ ਇਸ ਦਾ ਇਤਿਹਾਸ ਲਈਏ ਤਾਂ 1986 ਦੇ ਵਿੱਚ ਪਹਿਲੀ ਜੋਲ ਕਮੇਟੀ ਰਿਪੋਰਟ ਨੇ ਇਹ ਸੁਜੈਸਟ ਕੀਤਾ ਸੀਗਾ ਕਿ ਇਹ ਖੇਤੀ ਦੀ ਵਿਭਿੰਨਤਾ ਕੀਤੀ ਜਾਵੇ। ਜਦੋਂ 2002 ਵਿੱਚ ਉਹਨਾਂ ਨੇ ਦੁਬਾਰਾ ਰਿਪੋਰਟ ਦਿੱਤੀ ਤਾਂ ਉਹਨਾਂ ਨੇ ਕਿਹਾ ਕਿ ਹਰ ਕਿਸਾਨ ਨੂੰ 1250 ਰੁਪਈਆ ਪਰ ਹੈਕਟੇਅਰ ਜੇ ਸੈਂਟਰ ਗਵਰਨਮੈਂਟ ਦੇ ਤਾਂ ਉਹਦੇ ਨਾਲ ਕਿਸਾਨ ਜਿਹੜੇ ਨੇ ਵਿਭਿੰਨਤਾ ਵੱਲ ਜਾ ਸਕਦੇ ਨੇ। ਤਾਂ ਸੈਂਟਰ ਗਵਰਨਮੈਂਟ ਨੇ ਉਹਨਾਂ ਨੂੰ ਇਹ ਗੱਲ ਮਨਜ਼ੂਰ ਨਹੀਂ ਕੀਤੀ ਤੇ ਉਹਨਾਂ ਨੇ ਪੈਸੇ ਨਹੀਂ ਦਿੱਤੇ, ਤੇ ਇਸ ਕਰਕੇ ਖੇਤੀ ਵਿਭਿੰਨਤਾ ਜਿਹੜਾ ਮੁੱਦਾ ਹੈ ਉਸੇ ਤਰ੍ਹਾਂ ਫਸਿਆ ਰਿਹਾ। ਸਟੇਟ ਗਵਰਨਮੈਂਟ ਦੇ ਕੋਲ ਆਪਣੇ ਸਾਧਨ ਨਾ ਹੋਣ ਕਰਕੇ ਉਹ ਇਹ ਲਾਗੂ ਨਹੀਂ ਕਰ ਸਕੀ।
ਸੋ ਇਸ ਕਰਕੇ ਮੈਂ ਸਮਝਦਾ ਕਿ ਜਿਵੇਂ ਅੱਜ ਕੱਲ ਇਲੈਕਸ਼ਨ ਦਾ ਦੌਰ ਹੈ, ਬੜੇ ਸਿਆਸਤਦਾਨ ਡੀਂਗਾ ਮਾਰ ਰਹੇ ਕਿ ਅਸੀਂ ਸਾਰੀਆਂ ਫਸਲਾਂ ਦੇ ਦਾਂਗੇ, ਆਹ ਕਰ ਦਾਂਗੇ, ਉਹ ਕਰ ਦਾਂਗੇ। ਪੰਜਾਬ ਸਰਕਾਰ ਕੋਲ ਆਪਣੇ ਸਾਧਨ ਨਹੀਂ ਹਨ, ਕਿਉਂਕਿ ਇਹਨਾਂ ਦਾ 1/3 ਬਜਟ ਜਿਹੜਾ ਹੈ ਉਹ ਵਿਆਜ ਤੇ ਕਰਜ਼ਾ ਮੋੜਨ ਤੇ ਚਲਾ ਜਾਂਦਾ ਹੈ। 45-46% ਜਿਹੜਾ ਤਨਖਾਹਾਂ ਤੇ ਉਹਦੇ ਪੈਨਸ਼ਨਾਂ ਤੇ ਚਲਾ ਜਾਂਦਾ ਹੈ, ਤੇ ਬਾਕੀ ਜਿਹੜਾ ਥੋੜਾ ਬਹੁਤਾ ਬਚ ਜਾਂਦਾ ਉਹ ਥੋੜੀਆਂ ਸਬਸਿਡੀਆਂ ਤੇ ਚਲਾ ਜਾਂਦਾ ਹੈ। ਤੇ ਇਹਨਾਂ ਕੋਲ ਵਰਚੁਅਲੀ ਜਿਹੜੇ ਪੈਸੇ ਨੇ ਨਾ ਡਿਵੈਲਪਮੈਂਟ ਵਾਸਤੇ ਨੇ, ਨਾ ਹੋਰ ਫਸਲਾਂ ਦੇ ਵਾਸਤੇ ਨੇ। ਇਹਨਾਂ ਦੇ ਆਪਣੇ ਸਾਧਨ ਸੀਮਿਤ ਹੋਣ ਕਰਕੇ ਕਾਫੀ ਕੁਝ ਸੈਂਟਰ ਗਵਰਨਮੈਂਟ ਨੂੰ ਕਰਨਾ ਪੈਣਾ। ਇਸੇ ਕਰਕੇ ਜਿਹੜੇ ਕਿਸਾਨ ਨੇ ਉਹ ਇਹ ਕਹਿ ਰਹੇ ਨੇ ਕਿ FCI ਦੇ ਰੋਲ ਨੂੰ ਵਧਾਇਆ ਜਾਵੇ, ਔਰ ਇਸੇ ਤਰ੍ਹਾਂ ਜਿਹੜੀਆਂ ਬਾਕੀ ਫਸਲਾਂ ਨੇ ਉਹਨਾਂ ਦੀ ਪ੍ਰੋਕਿਉਰਮੈਂਟ ਦਾ ਕੰਮ ਸਰਕਾਰ ਵੀ ਕਰੇ, ਤੇ ਨਾਲ ਨਿਸ਼ਚਿਤ ਕਰੇ ਕਿ ਜੇ ਪ੍ਰਾਈਵੇਟ ਸੈਕਟਰ ਕਿਸੇ ਚੀਜ਼ ਨੂੰ ਖਰੀਦਦਾ ਹੈ ਤਾਂ ਮਿਨੀਮਮ ਸਪੋਰਟ ਪ੍ਰਾਈਸ ਤੋਂ ਘੱਟ ਦੇ ਨਾ ਖਰੀਦੇ। ਇਹਦਾ ਮਤਲਬ ਇਹੀ ਹੈ ਲੀਗਲ ਬਣਾਉਣ ਦਾ MSP ਨੂੰ। ਸੋ ਇਸ ਕਰਕੇ ਮੈਂ ਸਮਝਦਾ ਕਿ ਇਹ ਜਿਹੜਾ MSP ਨੂੰ ਲੀਗਲ ਬਣਾਉਣਾ ਹੈ, ਇਹ ਬਹੁਤ ਹੀ ਜ਼ਰੂਰੀ ਕਦਮ ਹੈ। ਔਰ ਇਸ ਡਿਬੇਟ ਦੇ ਵਿੱਚ ਕਿਸਾਨਾਂ ਦੇ ਅੰਦੋਲਨ ਦੇ ਦੌਰਾਨ ਇਹ ਆਇਆ ਕਿ ਸਿਰਫ 15% ਜਿਹੜੀ ਪ੍ਰੋਡਿਊਸ ਹੈ ਕਿਸਾਨਾਂ ਦੀ, ਔਰ 7-8% ਕਿਸਾਨਾਂ ਨੂੰ ਇਹ ਮਿਲਦੀਆਂ ਨੇ। ਬਾਕੀ ਜਿਹੜੇ ਕਿਸਾਨ ਨੇ ਉਹਨਾਂ ਨੂੰ 25-30% ਜਿਹੜੀ ਹੈ ਮਿਨੀਮਮ ਸਪੋਰਟ ਪ੍ਰਾਈਸ ਤੋਂ ਘੱਟ ਕੀਮਤ ਤੇ ਅਨਾਜ ਵੇਚਣਾ ਜਾਂ ਫਸਲਾਂ ਵੇਚਣੀਆਂ ਪੈ ਰਹੀਆਂ। ਇਹਦਾ ਮਤਲਬ ਹੈ ਕਿਸਾਨਾਂ ਦੀ ਬੜੀ ਲੁੱਟ ਹੋ ਰਹੀ ਹੈ ਇਸ ਹਿੰਦੁਸਤਾਨ ਦੇ ਵਿੱਚ। ਉਸ ਲੁੱਟ ਵਿੱਚ ਵਪਾਰੀ ਵੱਡੇ ਤਰ੍ਹਾਂ ਜਿਹੜੇ ਨੇ ਪੈਸੇ ਕਮਾ ਰਹੇ ਨੇ, ਕਿਸਾਨਾਂ ਤੋਂ ਸਸਤਾ ਮਾਲ ਖਰੀਦ ਕੇ ਫਿਰ ਮਹਿੰਗਾ ਵੇਚਦੇ ਨੇ। ਸੋ ਇਸ ਕਰਕੇ ਜ਼ਰੂਰੀ ਹੈ ਕਿ ਸਰਕਾਰ ਵੀ ਇੰਟਰਵੀਨ ਕਰੇ ਤੇ ਪ੍ਰਾਈਵੇਟ ਸੈਕਟਰ ਜਿਹੜਾ ਖਰੀਦਦਾ ਅਨਾਜ ਨੂੰ ਜਾਂ ਬਾਕੀ ਖੇਤੀ ਵਸਤਾਂ ਨੂੰ, ਉਹਦੇ ਵਾਸਤੇ ਨਿਸ਼ਚਿਤ ਕੀਤਾ ਜਾਵੇ ਕਿ ਕੋਈ ਵੀ ਮਿਨੀਮਮ ਸਪੋਰਟ ਪ੍ਰਾਈਸ ਤੋਂ ਘੱਟ ਕੀਮਤ ਤੇ ਨਾ ਖਰੀਦੇ। ਜੇ ਖਰੀਦੇ ਤਾਂ ਉਹਦੇ ਖਿਲਾਫ ਐਕਸ਼ਨ ਲਿਆ ਜਾ ਸਕੇ। ਇਹ ਬੜਾ ਜ਼ਰੂਰੀ ਕਦਮ ਹੈ, ਔਰ ਇਹਦੇ ਨਾਲ ਕਿਸਾਨਾਂ ਦੀ ਐਟਲੀਸਟ ਕੁਝ ਆਮਦਨ ਵਧਾਈ ਜਾ ਸਕਦੀ ਹੈ। ਪਰ ਇਸ ਤੋਂ ਵੀ ਅਗਲੀ ਵੱਡੀ ਗੱਲ ਹੈ ਕਿ ਕਿਸਾਨਾਂ ਨੂੰ ਜੇ ਕਰਜ਼ਾ ਮੁਕਤ ਕਰਨਾ ਹੈ ਲੌਂਗ ਰਨ ਦੇ ਵਿੱਚ, ਤੇ ਉਹਨਾਂ ਦੀ ਡਬਲ ਦੀ ਬਜਾਏ ਟ੍ਰਿਪਲ ਆਮਦਨ ਕਰਨੀ ਚਾਹੀਦੀ ਹੈ। ਤੇ ਇਸ ਕੰਮ ਲਈ ਕਿਸਾਨਾਂ ਨੂੰ 3 ਕੰਮਾਂ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਪਹਿਲਾ ਕੰਮ ਹੈ ਖੇਤੀ ਦਾ ਉਤਪਾਦਨ ਕਰਨਾ, ਫਸਲਾਂ ਪੈਦਾ ਕਰਨਾ। ਦੂਜਾ ਕੰਮ ਹੈ ਫਸਲਾਂ ਦੀ ਮਾਰਕੀਟਿੰਗ ਕਰਨਾ। ਜੇ ਫਸਲਾਂ ਦੀ ਮਾਰਕੀਟਿੰਗ ਕਿਸਾਨ ਆ ਜਾਏ ਤਾਂ 15-20% 30% ਕੀਮਤ ਹੋਰ ਵੱਧ ਜਾਂਦੀ ਹੈ। ਤੀਸਰਾ ਕੰਮ ਹੈ ਖੇਤੀ ਦੀਆਂ ਵਸਤਾਂ ਜਿਹੜੀਆਂ ਉਹਨਾਂ ਦੀ ਪ੍ਰੋਸੈਸਿੰਗ ਕਰਨਾ। ਜੇ 3 ਕੰਮ ਦੇ ਵਿੱਚ ਕਿਸਾਨ ਨੂੰ ਸ਼ਾਮਲ ਕਰ ਲਿਆ ਜਾਵੇ ਤੇ ਕਿਸਾਨ ਦੀ ਆਮਦਨ ਡਬਲ ਨਹੀਂ ਟ੍ਰਿਪਲ ਹੋ ਸਕਦੀ ਹੈ। ਤੇ ਕਿਸਾਨਾਂ ਨੂੰ ਇਸ ਤਰ੍ਹਾਂ ਦੇ ਚੱਕਰ ਦੇ ਵਿੱਚੋਂ ਜਿਹੜਾ ਹੈ ਵਿਸ਼ੀਅਸ ਸਰਕਲ ਆਫ ਕਰਜ਼ਾ ਹੈ, ਡੈਟ ਹੈ, ਉਹ ਚੋਂ ਕੱਢਿਆ ਜਾ ਸਕਦਾ ਹੈ। ਇਹ ਕੰਮ ਕਰਨ ਵਾਸਤੇ ਜਿੱਥੇ ਕਿਸਾਨ ਜਥੇਬੰਦੀਆਂ ਨੂੰ ਬੜਾ ਇੱਕ ਜਿਹੜੀ ਇੰਡੀਵਿਜੂਅਲ ਖੇਤੀ ਹੈ, ਵਿਅਕਤੀਗਤ ਖੇਤੀ ਜਿਹੜੀ ਹੈ, ਫੈਮਿਲੀ ਬੇਸਡ ਫਾਰਮ ਤੋਂ ਬਾਹਰ ਨਿਕਲ ਕੇ ਹੋ ਸਕਦਾ ਕੋਆਪਰੇਟਿਵ ਵੱਲ ਜਾਣਾ ਪਏ, ਕੰਜ਼ਿਊਮਰ ਜਿਹੜੀਆਂ ਪ੍ਰੋਡਿਊਸਰ ਫਾਰਮਰਸ ਆਰਗੇਨਾਈਜੇਸ਼ਨ ਬਣਾਉਣੀਆਂ ਪੈਣ, ਮਾਰਕੀਟਿੰਗ ਦੇ ਵਿੱਚ ਸੁਸਾਇਟੀਆਂ ਬਣਾ ਕੇ ਇਨਪੁਟ ਖਰੀਦਣੇ ਪੈਣ ਔਰ ਆਪਣੀਆਂ ਫਸਲਾਂ ਵੇਚਣੀਆਂ ਪੈਣ, ਛੋਟੇ ਗੋਦਾਮ ਬਣਾਉਣੇ ਪੈਣ ਉਹਨਾਂ ਨੂੰ। ਇਸੇ ਤਰ੍ਹਾਂ ਪ੍ਰੋਸੈਸਿੰਗ ਦੇ ਵਿੱਚ ਕਾਫੀ ਜ਼ਿਆਦਾ ਅੰਤਰ ਹੈ। ਜਿਵੇਂ ਆਟਾ ਹੈ, ਆਟੇ ਨੂੰ ਜਦੋਂ ਕਣਕ ਨੂੰ ਆਟੇ 'ਚ ਕਨਵਰਟ ਕਰਦੇ ਹਾਂ ਤਾਂ ਉਹਦੀ ਜਿਹੜੀ ਕੀਮਤ ਹੈ ਡਬਲ ਹੋ ਜਾਂਦੀ ਹੈ। ਸੋ ਇਸ ਕਰਕੇ ਮੈਂ ਸਮਝਦਾ ਕਿ ਜੇ 3 ਐਕਟੀਵਿਟੀ ਦੇ ਵਿੱਚ ਕਿਸਾਨ ਨੂੰ ਉਹਦੀ ਸ਼ਮੂਲੀਅਤ ਕਰਵਾਤੀ ਜਾਵੇ ਕਿਸੇ ਨਾ ਕਿਸੇ ਫਾਰਮ ਦੇ ਵਿੱਚ ਜਾ ਕੇ, ਇਹਦੇ ਵਿੱਚ ਐਗਰੀਕਲਚਰ ਰਿਸਰਚ ਦਾ ਰੋਲ ਹੈ, ਇਹਦੇ ਵਿੱਚ ਕਿਸਾਨ ਜਥੇਬੰਦੀਆਂ ਦਾ ਰੋਲ ਹੈ, ਇਹਦੇ ਵਿੱਚ ਸਟੇਟ ਗਵਰਨਮੈਂਟਾਂ ਦਾ ਰੋਲ ਹੈ, ਇਹਦੇ ਵਿੱਚ ਕੇਂਦਰ ਸਰਕਾਰ ਦਾ ਰੋਲ ਹੈ। ਔਰ ਕੇਂਦਰ ਸਰਕਾਰ ਨੂੰ ਜਿਹੜੀ ਆਪਣੀ ਨੀਤੀ ਹੈ ਕਿ ਫੂਡ ਗ੍ਰੇਨ ਦੀ ਪ੍ਰੋਕਿਉਰਮੈਂਟ ਵਿੱਚੋਂ, ਖੇਤੀ ਵਸਤਾਂ ਦੀ ਪ੍ਰੋਕਿਉਰਮੈਂਟ ਤੋਂ ਬਾਹਰ ਨਿਕਲਣ ਦੀ ਬਜਾਏ ਬੜੇ ਸੰਜੀਦਾ ਢੰਗ ਦੇ ਨਾਲ, ਸੁਚਾਰੂ ਤਰੀਕੇ ਨਾਲ ਪ੍ਰੋਕਿਉਰਮੈਂਟ ਵਿੱਚ ਸ਼ਾਮਲ ਹੋਣਾ ਚਾਹੀਦਾ ਔਰ ਕਿਸਾਨਾਂ ਦੀ ਆਮਦਨ ਨੂੰ ਵਧਾਉਣ ਵਾਸਤੇ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਨੇ। ਜੀ, ਮੇਰਾ ਆਖਰੀ ਸਵਾਲ ਹੈ ਸੁੱਚਾ ਸਿੰਘ ਜੀ ਕਿ ਇੱਕ ਤਾਂ ਜਦੋਂ ਅਸੀਂ ਕੋਆਪਰੇਟਿਵ ਸਹਿਕਾਰੀ ਦੀ ਗੱਲ ਕਰਦੇ ਹਾਂ, ਕਰਨਾ ਤਾਂ ਸਰਕਾਰਾਂ ਨੇ ਕਿਸਾਨਾਂ ਦਾ ਸਹਿਯੋਗ ਨਾਲ ਲੈ ਕੇ, ਪਰ ਲੱਗਦਾ ਨਹੀਂ ਕਿ ਇਸ ਜਿਹੋ ਜਿਹਾ ਨਿਜ਼ਾਮ ਖੜਾ ਕੀਤਾ ਗਿਆ, ਰਵਾਇਤੀ ਸਿਆਸੀ ਪਾਰਟੀਆਂ ਨੇ ਹੀ ਕਿਸਾਨਾਂ ਨੂੰ ਸੰਕਟ ਦੇ ਵਿੱਚ ਹੁਣ ਤੱਕ ਕੋਈ ਹੱਲ ਨਹੀਂ ਕੱਢਿਆ, ਉਧਰ ਪਾਇਆ ਗਿਆ। ਕੀ ਕਿਸਾਨ ਮਤਲਬ ਕਿ ਸਿਆਸੀ ਤੌਰ ਦੇ ਉੱਤੇ ਆ ਕੇ ਇਸ ਸੰਕਟ ਦਾ ਹੱਲ ਕੱਢ ਸਕਦੇ ਨੇ? ਕਿਉਂਕਿ ਮੈਂ ਵਾਰ-ਵਾਰ ਇਸੇ ਕਰਕੇ ਕਹਿਣਾ ਕਿ ਉਹ ਸਿਆਸੀ ਪਾਰਟੀਆਂ ਜਿਨ੍ਹਾਂ ਨੇ ਸੰਕਟ ਖੜਾ ਕੀਤਾ ਉਹਨਾਂ ਵੱਲ ਤੱਕਦਿਆਂ ਕਈ ਦਹਾਕੇ ਲੰਘ ਚੁੱਕੇ ਨੇ। ਹੁਣ ਕਿਸਾਨਾਂ ਦੇ ਉੱਤੇ ਇੱਕ ਸਵਾਲ ਉੱਠ ਰਿਹਾ ਕਿ ਜੇ ਇਹ ਨਹੀਂ ਕਰਦੇ ਤਾਂ ਤੁਸੀਂ ਸਿਆਸਤ ਦੇ ਵਿੱਚ ਆਓ ਤੇ ਆਪਣੇ ਬਦਲ ਆਪ ਤਲਾਸ਼ੋ ਤੇ ਆਪਣੇ ਲਈ ਆਪਣਾ ਰਾਹ ਆਪ ਪੱਧਰਾ ਕਰੋ। ਦੂਜਾ ਨਾਲੋਂ ਨਾਲ ਇਹਦਾ ਵੀ ਜਵਾਬ ਦਿੰਦੇ ਜਾਇਓ, ਜਿਹੜਾ ਮੇਰਾ ਆਖਰੀ ਨਾਲ ਸਵਾਲ ਰਹੇਗਾ ਕਿ ਕੀ ਕੇਂਦਰ ਤੇ ਸੂਬਾ ਸਰਕਾਰਾਂ ਕਿਸਾਨਾਂ ਨੂੰ ਕਰਜ਼ਾ ਮੁਕਤ ਕਰ ਸਕਦੀਆਂ ਨੇ? ਉਹਨਾਂ ਕੋਲ ਇੰਨਾ ਪੈਸਾ ਮਤਲਬ ਕਿ ਉਸ ਉੱਤੇ, ਕਿਉਂਕਿ ਉਹ MSP ਨੂੰ ਲੈ ਕੇ ਵੀ ਬੜੇ ਤਰਕ ਦਿੰਦੇ ਨੇ ਕਿ ਸਾਡਾ ਤਾਂ ਲੱਖਾਂ ਕਰੋੜ ਰੁਪਇਆ ਲੱਗ ਜਾਣਾ ਤੇ ਇੱਧਰ ਵੀ ਲੱਗਣਾ, ਤਾਂ ਕਿੱਦਾਂ ਪੂਰਾ ਕੀਤਾ ਜਾਣਾ? ਦੇਖੋ ਜਿਹੜਾ ਤੁਹਾਡਾ ਲਾਸਟ ਸਵਾਲ ਹੈ ਨਾ,
ਇਹ ਸਰਕਾਰਾਂ ਜਿਹੜੀਆਂ ਨੇ ਕਾਰਪੋਰੇਟ ਸੈਕਟਰ ਦੇ ਹਰ ਸਾਲ ਲੱਖਾਂ ਕਰੋੜ ਦੇ ਕਰਜ਼ੇ ਮਾਫ ਕਰਦੇ ਨੇ। ਹੁਣ ਵੀ ਇਸ ਪਾਰਲੀਮੈਂਟ ਦੇ ਸੈਸ਼ਨ 'ਚ ਉਹਨਾਂ ਨੇ ਕਿਹਾ ਕਿ 46,000 ਕਰੋੜ ਰੁਪਇਆ ਉਹਨਾਂ ਨੇ ਮਾਫ ਕੀਤਾ ਕਰਜ਼ਾ, ਤੇ ਨਾ ਦੱਸਣ ਤੋਂ ਇਨਕਾਰ ਕਰਤਾ ਕਿ ਇਹਨਾਂ ਦਾ ਆਬਵੀਅਸਲੀ ਕਾਰਪੋਰੇਟ ਘਰਾਣਿਆਂ ਦਾ ਕਰਜ਼ਾ ਮਾਫ ਕੀਤਾ। ਸੋ ਜੇ ਵਿਲ ਹੋਵੇ ਤਾਂ ਇਹ ਸਵਾਲ ਜਿਹੜਾ ਸੈਟਲ ਕੀਤਾ ਜਾ ਸਕਦਾ ਹੈ, ਔਰ ਜਿਹੜਾ ਸਰਕਾਰ ਕਿਸਾਨਾਂ ਸਿਰ ਕਰਜ਼ਾ ਹੈ ਉਹਨੂੰ ਰਿਟਾਇਰ ਕੀਤਾ ਜਾ ਸਕਦਾ ਹੈ। ਜਿਵੇਂ ਲਗਭਗ 5 ਲੱਖ ਕਰੋੜ ਦੀ ਹਰ ਸਾਲ ਸੈਂਟਰ ਗਵਰਨਮੈਂਟ ਜਿਹੜੀ ਹੈ ਕਾਰਪੋਰੇਟ ਸੈਕਟਰ ਨੂੰ ਸਬਸਿਡੀ ਦਿੰਦੀ ਹੈ ਟੈਕਸਾਂ ਤੋਂ ਰਿਆਇਤਾਂ ਦੇ ਫਾਰਮ ਦੇ ਵਿੱਚ, ਜਾਂ ਉਹਨਾਂ ਦੇ ਕਰਜ਼ੇ ਮਾਫ ਕਰਦੀ ਹੈ। ਸੋ ਇਹਦਾ ਜਿਹੜਾ ਅੱਧਾ ਪੋਰਸ਼ਨ ਹੀ ਜੇ ਕਿਸਾਨਾਂ ਦੇ ਵਾਸਤੇ ਬਦਲਤਾ ਜਾਏ, ਦੇ ਦਿੱਤਾ ਜਾਏ, ਤੇ ਕਾਫੀ ਕੁਝ ਇਸ ਪਾਸੇ ਨੂੰ ਕੀਤਾ ਜਾ ਸਕਦਾ ਹੈ। ਪਰ ਇਸ ਵਾਸਤੇ ਵਿਲ ਚਾਹੀਦੀ ਹੈ ਕੇਂਦਰ ਸਰਕਾਰ ਦੀ। ਇਸੇ ਤਰ੍ਹਾਂ ਸਾਡੀਆਂ ਜਿਹੜੀਆਂ ਸੂਬਾ ਸਰਕਾਰਾਂ ਨੇ ਉਹਨਾਂ 'ਚ ਵੀ ਇਸ ਤਰ੍ਹਾਂ ਦੀ ਵਿਲ ਚਾਹੀਦੀ ਹੈ। ਜਿਵੇਂ ਤੁਸੀਂ ਦੱਸਿਆ ਕਿ ਉਹ ਪਿਛਲੇ ਸਮਿਆਂ 'ਚ ਉਹਨਾਂ ਨਹੀਂ ਕੁਝ ਕੀਤਾ, ਉਹ ਸਾਧਨਾਂ ਤੋਂ ਬੜੇ ਕਮਜ਼ੋਰ ਨੇ, ਲੋਕ ਲੁਭਾਊ ਨਾਅਰੇ ਲਾਉਂਦੇ ਨੇ। ਮੈਂ ਸਮਝਦਾ ਕਿ ਸਾਰਾ এনवायरमेंट ਕਿਸਾਨ ਅੰਦੋਲਨ ਨੇ ਬਦਲ ਦਿੱਤਾ ਹੈ। ਕਿ ਜਿਵੇਂ ਕੋਈ ਲੋਕ ਸਮਝਦੇ ਸੀਗੇ ਕਿ ਮੋਦੀ ਸਰਕਾਰ ਨੇ ਕਾਨੂੰਨ ਵਾਪਸ ਨਹੀਂ ਲੈਣੇ, ਤੇ ਕਿਸਾਨਾਂ ਦੇ ਦਬਾਅ ਹੇਠਾਂ ਅੰਦੋਲਨ ਨੇ ਉਹ ਕਾਨੂੰਨ ਤਾਂ ਵਾਪਸ ਲੈ ਲਏ ਨੇ। MSP ਦੀ ਕਮੇਟੀ ਬਣਨ ਜਾ ਰਹੀ ਹੈ ਔਰ ਇਸ ਤੇ ਕੁਛ ਨਾ ਕੁਛ ਹੱਲ ਲੱਭਣ ਦੀ ਆਸ ਹੈ। ਇਸੇ ਤਰ੍ਹਾਂ ਜਿਹੜੀਆਂ ਸੂਬਾ ਸਰਕਾਰਾਂ ਨੇ ਉਹਨਾਂ ਦੇ ਕਿਸਾਨਾਂ ਦਾ ਦਬਾਅ ਵੱਧ ਸਕਦਾ ਹੈ। ਮੈਂ ਸਮਝਦਾ ਕਿ ਜੇ ਕਿਸਾਨ ਯੂਨਾਈਟਿਡ ਰਹਿਣ, ਬਜਾਏ ਕਿ ਪੋਲੀਟੀਕਲ ਪਾਰਟੀ ਬਣਾ ਕੇ ਇਲੈਕਸ਼ਨ ਲੜਨ, ਦੇ ਜਿਹੜੇ ਸਾਡੇ ਸਿਆਸਤਦਾਨ ਨੇ ਉਹਨਾਂ ਦੇ ਦਬਾਅ ਬਣਾਈ ਰੱਖਣ, ਤੇ ਕਾਫੀ ਕੁਝ ਇਹਨਾਂ ਤੋਂ ਕਰਵਾਇਆ ਜਾ ਸਕਦਾ ਹੈ। ਜਿਵੇਂ ਪੰਜਾਬ ਦੀ ਮੈਂ ਗੱਲ ਕਰਾਂ ਤੇ ਜਦੋਂ ਕੋਆਪਰੇਟਿਵ ਐਕਟ ਬਣਿਆ ਸੀ 1962 ਦੇ ਵਿੱਚ, ਉਹਦੇ ਦੋ ਪੋਰਸ਼ਨ ਸੀਗੇ। ਇੱਕ ਤਾਂ ਕੋਆਪਰੇਟਿਵ ਫਾਰਮਿੰਗ, ਕੋਆਪਰੇਟਿਵ ਸੁਸਾਇਟੀਆਂ, ਕੋਆਪਰੇਟਿਵ ਮਾਰਕੀਟਿੰਗ ਦੇ ਵਿੱਚ ਕਿਸਾਨਾਂ ਨੂੰ ਇਨਵੋਲਵ ਕਰਨਾ। ਦੂਜਾ ਕਿਸਾਨਾਂ ਦੀ ਟ੍ਰੇਨਿੰਗ ਕਰਨਾ, ਉਹਨਾਂ ਨੂੰ ਦੱਸਣਾ ਕਿ ਅਕਾਊਂਟ ਮੇਨਟੇਨ ਕਿਵੇਂ ਕਰਨੇ ਨੇ, ਲਾ ਕਿਹੜੇ ਨੇ, ਕਾਨੂੰਨ ਕਿਵੇਂ ਨੇ, ਉਹਨਾਂ ਨੂੰ ਕਿਵੇਂ ਲੋਕਾਂ ਨੂੰ ਨਾਲ ਕਿਵੇਂ ਲੈਣਾ, ਭਾਈਚਾਰਾ ਕਿਵੇਂ ਬਣਾਉਣਾ। ਟ੍ਰੇਨਿੰਗ ਵਾਲਾ ਕੰਮ ਜਿਹੜਾ ਬੜੇ ਸਾਲਾਂ ਤੋਂ ਪੰਜਾਬ ਵਿੱਚ ਬੰਦ ਪਿਆ ਹੈਗਾ। ਸੋ ਇਸ ਕਰਕੇ ਜੇ ਕੋਆਪਰੇਟਿਵ ਖੇਤੀ ਵੱਲ ਨੂੰ ਵਧਣਾ ਤੇ ਕੋਆਪਰੇਟਿਵ ਐਕਟ ਇੱਕ ਤਾਂ ਬਦਲਣ ਦੀ ਲੋੜ ਹੈ। ਉਹ ਐਕਟ ਦੀ ਭਾਵਨਾ ਇਹ ਹੈ ਕਿ ਕੋਆਪਰੇਟਿਵ ਬਿਊਰੋਕ੍ਰੇਸੀ ਜਿਹੜੀ ਆ ਉਹ ਕੋਆਪਰੇਟਿਵ ਨੂੰ ਕੰਟਰੋਲ ਕਰਨਗੇ, ਨਾ ਕਿ ਕਿਸਾਨਾਂ ਦੇ ਇਨੀਸ਼ੀਏਟਿਵ ਜਿਹੜੇ ਨੇ ਉਹਨਾਂ ਨੂੰ ਪ੍ਰਮੋਟ ਕਰਨਗੇ। ਇਸ ਕਰਕੇ ਜਿਹੜੇ ਲਾਅ ਨੇ, ਰੌਕਡੇਲ ਲਾਅ ਨੇ ਕੋਆਪਰੇਟਿਵ ਦੇ, ਜੇ ਉਹਨਾਂ ਲਾਅ ਦੇ ਮੁਤਾਬਕ ਕੋਆਪਰੇਟਿਵ ਚਲਾਏ ਜਾਣ ਤੇ ਕੋਆਪਰੇਟਿਵ ਸੰਭਵ ਹੋਣਗੇ, ਕਿਸਾਨਾਂ ਦੀ ਸ਼ਮੂਲੀਅਤ ਉਹਦੇ 'ਚ ਹੋ ਸਕਦੀ ਹੈ, ਤੇ ਕਿਸਾਨ ਵੀ ਇਸ ਪਾਸੇ ਨੂੰ ਸੋਚ ਸਕਦੇ ਨੇ। ਸੋ ਇਸ ਕਰਕੇ ਮੈਂ ਸਮਝਦਾ ਕਿਸਾਨਾਂ ਦੇ ਦਬਾਅ ਹੇਠਾਂ, ਕਿਉਂਕਿ ਕਿਸਾਨ ਅੰਦੋਲਨ ਕਾਫੀ 3-4 ਸੂਬਿਆਂ 'ਚ ਬਹੁਤ ਭਾਰੂ ਹੈ, ਪੰਜਾਬ, ਹਰਿਆਣਾ, ਯੂਪੀ, ਉੱਤਰਾਖੰਡ, ਰਾਜਸਥਾਨ, ਔਰ ਦੱਖਣੀ ਸੂਬਿਆਂ ਦੇ ਵਿੱਚ ਵੀ ਇਹ ਫੈਲਿਆ ਹੋਇਆ ਇਸ ਵੇਲੇ। ਤੇ ਇਹ ਕਿਸਾਨਾਂ ਦੇ ਦਬਾਅ ਹੇਠਾਂ ਲੋਕਲ ਸਰਕਾਰਾਂ ਵੀ ਕਾਫੀ ਕੁਝ ਕਰਨ ਨੂੰ ਤਿਆਰ ਹੋ ਸਕਦੀਆਂ ਨੇ, ਪਰ ਬਸ਼ਰਤੇ ਕਿ ਕਿਸਾਨ ਜਿਹੜੇ ਨੇ ਇਸੇ ਤਰ੍ਹਾਂ ਯੂਨਾਈਟਿਡ ਰਹਿ ਹੋ ਕੇ ਆਪਣੇ ਅੰਦੋਲਨ ਪ੍ਰਤੀ ਔਰ ਸੁਚਾਰੂ ਸੋਚ ਦੇ ਨਾਲ ਲੈਸ ਰਹਿੰਦੇ ਹੋਏ ਚੱਲਣ, ਤਾਂ ਕਰਜ਼ੇ ਮਾਫੀ ਵੱਲ ਵੀ ਕਾਫੀ ਹੋ ਸਕਦਾ ਹੈ, ਕਿਸਾਨਾਂ ਦੀ ਆਮਦਨੀ ਵੀ ਵੱਧ ਸਕਦੀ ਹੈ, ਤੇ ਭਾਈਚਾਰਾ ਵੀ ਪ੍ਰਮੋਟ ਹੋ ਸਕਦਾ ਹੈ, ਤੇ ਪੇਂਡੂ ਇਲਾਕਿਆਂ ਦੇ ਵਿੱਚ ਜਿਹੜੀ ਖੇਤੀ ਹੈ ਉਹਨੂੰ ਪ੍ਰਮੋਟ ਕੀਤਾ ਜਾ ਸਕਦਾ ਹੈ। ਔਰ ਨਵੇਂ ਤਰੀਕੇ ਜਿਹੜੇ ਨੇ, ਜਿਵੇਂ ਜਿਹੜੀ ਤੁਹਾਡੀ ਹੈਗੀ ਆ ਫਾਰਮਿੰਗ ਹੈ, ਜਿਹਨੂੰ ਕਹਿੰਦੇ ਨੈਚੁਰਲ ਫਾਰਮਿੰਗ ਹੈ, ਕੁਦਰਤੀ ਖੇਤੀ ਵੱਲ ਨੂੰ ਵੱਧ ਕੇ ਅਸੀਂ ਕਾਫੀ ਵੱਧ ਭਾਅ ਪ੍ਰਾਪਤ ਕਰ ਸਕਦੇ ਹਾਂ, ਨਵੀਆਂ ਫਸਲਾਂ ਵੱਲ ਜਾ ਸਕਦੇ ਹਾਂ, ਵਾਤਾਵਰਨ ਵੀ ਬਚਾ ਸਕਦੇ ਹਾਂ। ਇਹ ਕੁਝ ਚੀਜ਼ਾਂ ਨੇ ਜਿਹੜੀਆਂ ਕੀਤੀਆਂ ਜਾ ਸਕਦੀਆਂ ਨੇ, ਜਿਹਦੀ ਸੰਭਾਵਨਾ ਹੈ। ਪਰ ਇਹਦੀ ਸੰਭਾਵਨਾ ਜਿਹੜੀ ਆ ਉਹਨੂੰ ਰਿਐਲਿਟੀ 'ਚ ਕਨਵਰਟ ਕਰਨ ਵਾਸਤੇ, ਜਿਵੇਂ ਪਹਿਲਾਂ ਮੈਂ ਕਿਹਾ ਕਿ ਸਾਡੇ ਜਿਹੜੇ ਕਿਸਾਨ ਭਾਈਚਾਰਾ ਹੈ ਉਹਨਾਂ ਦੀ ਕੋਆਪਰੇਸ਼ਨ ਦੀ ਬੜੀ ਜ਼ਰੂਰਤ ਹੈ। ਕਿਸਾਨ ਲੀਡਰਸ਼ਿਪ ਦੀ ਅਗਵਾਈ ਦੀ ਬਹੁਤ ਸੁਘੜ ਅਗਵਾਈ ਦੀ ਜ਼ਰੂਰਤ ਹੈ, ਔਰ ਸਟੇਟ ਗਵਰਨਮੈਂਟਾਂ ਜਿਹੜੀਆਂ ਨੇ, ਕੇਂਦਰ ਸਰਕਾਰ ਜਿਹੜੀ ਆ, ਉਹਨਾਂ ਦਾ ਵਤੀਰਾ ਜਿਹੜਾ ਸੁਚਾਰੂ ਹੋਵੇ ਤਾਂ ਇਹ ਸੰਕਟ ਸੰਭਵ ਹੈ। ਔਰ ਇਹ ਸੰਭਵ ਹੈ ਆਉਣ ਵਾਲੇ ਦਿਨਾਂ ਦੇ ਵਿੱਚ। ਇਸ ਅੰਦੋਲਨ ਨੇ ਬਹੁਤ ਸਾਰੀਆਂ ਪੋਸੀਬਿਲਿਟੀਜ਼ ਪੈਦਾ ਕੀਤੀਆਂ ਨੇ, ਗਲੋਬਲ ਪੱਧਰ ਤੇ ਪੋਸੀਬਿਲਿਟੀ ਪੈਦਾ ਕੀਤੀਆਂ ਨੇ। ਇਸ ਅੰਦੋਲਨ ਜਿਹੜਾ ਹੈ ਇਹ ਕਾਰਪੋਰੇਟ ਪੱਖੀ ਮਾਡਲ ਤੋਂ ਲੋਕ ਪੱਖੀ ਮਾਡਲ ਕਨਵਰਟ ਕਰਨ ਦੀ ਸੰਭਾਵਨਾ ਜਿਹੜੀ ਹੈ ਇਹਨੇ ਲੋਕਾਂ ਸਾਹਮਣੇ ਰੱਖੀ ਹੈ। ਜੀ, ਸ਼ੁਕਰੀਆ ਸੁੱਚਾ ਸਿੰਘ ਜੀ, ਬਹੁਤ ਧੰਨਵਾਦ ਤੁਹਾਡਾ। ਧੰਨਵਾਦ ਮੈਨੂੰ ਆਪਣੇ ਪ੍ਰੋਗਰਾਮ ਵਿੱਚ ਸ਼ਾਮਲ ਕਰਨ ਲਈ। ਸੋ ਮੇਰੇ ਨਾਲ ਮੌਜੂਦ ਸਨ ਉੱਘੇ ਅਰਥ ਸ਼ਾਸਤਰੀ ਡਾਕਟਰ ਸੁੱਚਾ ਸਿੰਘ ਗਿੱਲ। ਕਿਸਾਨਾਂ ਦੀਆਂ ਸਮੱਸਿਆਵਾਂ, ਕਰਜ਼ਾ, ਕਿਸ ਢੰਗ ਦੇ ਨਾਲ ਕਿਸਾਨ ਆਪਣੀ ਅਗਲੀ ਰਣਨੀਤੀ ਬਣਾਉਣ, ਇਹ ਸਰਕਾਰਾਂ ਤੇ ਕਿਸਾਨਾਂ ਦੇ ਉੱਤੇ ਲਗਾਤਾਰ ਨਜ਼ਰਾਂ ਬਣੀਆਂ ਹੋਈਆਂ ਨੇ। ਗੱਲ ਜਿੱਥੋਂ ਤੱਕ ਕਿਸਾਨਾਂ ਦੀ ਆਮਦਨ ਦੀ ਹੁੰਦੀ ਹੈ, ਜੇ ਕਿਸਾਨਾਂ ਦੀ ਆਮਦਨ ਵਧੇਗੀ, ਮਜ਼ਦੂਰਾਂ ਦੀ ਵਧੇਗੀ, ਉਹਨਾਂ ਦੇ ਨਾਲ ਜਿੰਨੇ ਕਿੱਤੇ ਜੁੜੇ ਹੋਏ ਨੇ ਉਹਨਾਂ ਸਾਰਿਆਂ ਦੀ ਆਮਦਨ ਵਧੇਗੀ, ਤਾਂ ਅਰਥਚਾਰੇ ਦੇ ਉੱਤੇ ਜਿਸ ਤਰੀਕੇ ਨਾਲ ਪ੍ਰਭਾਵ ਪੈਣਾ, ਇਹ ਵੀ ਇੱਕ ਵੱਡਾ ਸਵਾਲ ਹੈ ਕਿ ਸਰਕਾਰਾਂ ਦੇ ਖਾਤੇ ਦੇ ਵਿੱਚ 2 ਪੈਸੇ ਸਰਕਾਰਾਂ ਨੂੰ ਆਉਣਗੇ, 2 ਪੈਸੇ ਲੋਕਾਂ ਤੱਕ ਪਹੁੰਚਣਗੇ, ਤਾਂ ਵਿਕਾਸ ਦੀ ਜਿਹੜੀ
ਦੌੜ ਹੈ, ਜਿਹੜਾ ਇਹ ਕਹਿੰਦੇ ਨੇ ਕਿ ਅਸੀਂ ਵਿਕਾਸ ਕਰਨਾ ਹੈ, ਅਸੀਂ ਤੁਹਾਨੂੰ ਹਰ ਸਹੂਲਤ ਦੇਣੀ ਹੈ, ਤਾਂ ਉਹ ਵੀ ਸਹਿਜੇ ਸਹਿਜੇ ਲੋਕਾਂ ਤੱਕ ਪਹੁੰਚਦੀ ਜਾਏਗੀ ਜੇਕਰ ਨੀਅਤ ਚੰਗੀ ਹੋਵੇ। ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।